ਧਨ 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 ਜਨ ਆਏ ਤੇ ਪ੍ਰਵਾਨ। ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਆਵਤ ਸੋ ਜਨ ਨਾਮਹਿ ਰਾਤਾ, ਜਾ ਕੋ ਦਇਆ ਮਇਆ ਵਿਦਾਤਾ। ਇਕ ਹੀ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਤੋ ਹਰ ਤਰ੍ਹਾਂ ਦੇ ਕਾਮਨਾਵਾਂ ਦੀ ਪੂਰਤੀ ਤੇ ਮੋਖ ਦੀ ਪ੍ਰਾਪਤੀ ਵੀ ਐਸੇ ਸਤਿਗੁਰਾਂ ਦੇ ਚਰਨਾਂ ਵਿੱਚ ਮਨ ਨੂੰ ਰੰਗ ਕੇ ਹੁੰਦੀ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਤੋ ਆਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੈ। ਇਕਾਗਰਤਾ ਬਣਾਈਏ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਲੁਕਾਈ ਦੀ ਚਾਦਰ ਬਣ ਕੇ, ਆਸਰਾ ਬਣ ਕੇ, ਥੰਮ ਬਣ ਕੇ ਆਪ ਜੀ ਕੌਤਕ ਕਰਦੇ ਹੋਏ ਦੁਨੀਆ ਨੂੰ ਤਾਰ ਰਹੇ ਨੇ। ਕਰਮ ਨਾਸ ਸਲਤਾ ਨੂੰ ਕੁਕਰਮ ਨਾਸਾ ਦਾ ਵਰ ਦੇ ਕੇ ਇਸ ਨਦੀ ਨੂੰ ਪਵਿੱਤਰ ਕਰਕੇ ਫਲਗੂ ਦੀ ਆਪ ਜੀ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਇੱਕ ਗੁਰੂ ਕਾ ਬੜਾ ਪ੍ਰੇਮੀ ਰੰਗਿਆ ਹੋਇਆ, ਜਿਹੜਾ ਸਤਿਗੁਰਾਂ ਦੇ ਧਿਆਨ ਪਰਾਇਣ ਹੋ ਕੇ ਹਜ਼ੂਰ ਨੂੰ ਯਾਦ ਕਰਦਾ ਰਹਿੰਦਾ ਹੈ। ਤੇ ਜਿੱਥੇ ਵੀ ਸਤਿਗੁਰਾਂ ਦਾ ਕੋਈ ਪ੍ਰੇਮੀ ਮਿਲੇ, ਸਿੱਖ ਮਿਲੇ, ਉਸ ਨੂੰ 5 ਕਚੌੜੀਆਂ ਪੂੜੀਆਂ ਆਦਿਕ ਦੇ ਕੇ, ਕੁਝ ਕੁ ਧਨ ਦੇ ਕੇ ਬੜਾ ਸਤਿਕਾਰ ਦੇ ਸਹਿਤ ਵਿਦਿਆ ਫਿਰ ਕਰਦਾ ਹੈ। ਕੁਝ ਕੁ ਸੰਗਤਾਂ ਦੇ ਮਨ ਵਿੱਚ ਇਹ ਸ਼ੰਕਾ ਕਿ ਇਹ ਜਿਹੜਾ ਭਾਈ ਜੈਤ ਸੇਠ ਹੈ, ਜੈਤਾ ਵੀ ਨਾ ਉਹਦਾ, ਜਗਤਾ ਸੇਠ ਵੀ ਨਾ ਇਤਿਹਾਸ ਵਿੱਚ ਲਿਖਿਆ ਹੈ, ਇਹ ਨਹਾਉਂਦਾ ਕਦੋਂ ਹੈ, ਇਸ਼ਨਾਨ ਕਦੋਂ ਕਰਦਾ ਹੈ? ਕਿਉਂਕਿ ਹਰੇਕ ਗੁਰਸਿੱਖ ਦਾ ਕਰਮ ਹੈ ਗੁਰਮੁਖ ਨਾਮ ਦਾਨ ਇਸ਼ਨਾਨ। ਕਈ ਵਾਰ ਆਪਾਂ ਇੱਕੋ ਹੀ ਪੱਖ ਲੈ ਕੇ ਬਸ ਵਿਚਾਰ ਕਰ ਦਿੰਦੇ ਹਾਂ ਜੀ, ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ। ਉਹ ਮੇਂਢਕ ਭਾਈ ਕੋਈ ਬਾਣੀ ਥੋੜ੍ਹਾ ਪੜ੍ਹਦਾ ਹੈ, ਉਹ ਮੇਂਢਕ ਕੋਈ ਗੁਰੂ ਦੀ ਸੰਗਤ ਵਿੱਚ ਥੋੜ੍ਹਾ ਆਉਂਦਾ ਹੈ। ਜੇ ਉਹ ਵੀ ਨਹਾ ਕੇ ਗੁਰੂ ਕੀ ਸੰਗਤ ਵਿੱਚ ਆਵੇਗਾ ਤਾਂ ਉਹ ਵੀ ਮੁਕਤ ਹੋ ਜਾਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਇੱਕ ਪੱਖ ਨਹੀਂ ਹੈ, ਦੋਵੇਂ ਪੱਖ ਗੁਰਮਤਿ ਵਿੱਚ ਨੇ। ਗੁਰਸਿੱਖ ਭਲਕੇ ਉੱਠ ਕਰ, ਅੰਮ੍ਰਿਤ ਵੇਲੇ ਸਰ ਨਾ ਬੰਦਾ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਾ ਬੰਦੇ। ਮੂੰਹ ਹੱਥ ਧੋਣ ਵਾਲਿਆਂ ਨੂੰ ਕੁਰਬਾਨੀ ਥੋੜ੍ਹਾ ਕਹਿ ਦਿੱਤਾ ਕਿ ਜਿਨ੍ਹਾਂ ਨੇ ਮੂੰਹ ਧੋ ਲਿਆ ਤੇ ਬਸ ਜਪਜੀ ਸਾਹਿਬ ਕਰ ਲਿਆ ਪ੍ਰਵਾਨ ਹੋ ਜਾਣਗੇ। ਜਿਹੜੇ ਅੰਮ੍ਰਿਤ ਵੇਲੇ ਸਰ ਨਵਾਉਂਦੇ ਉਹਨਾਂ ਨੂੰ ਕੁਰਬਾਨੀ ਕਿਹਾ, ਉਹਨਾਂ ਤੋਂ ਕੁਰਬਾਨ ਜਾਈਏ। ਫਿਰ ਹੋਏ ਇੱਕ ਮਨ ਗੁਰਜਾਪ ਜਪੰਦੇ, ਨਹਾ ਕੇ ਤੇ ਗੱਲਾਂ ਨਹੀਂ ਮਾਰਨ ਲੱਗ ਪੈਂਦੇ, ਨਹਾ ਕੇ ਅਖਬਾਰਾਂ ਨਹੀਂ ਪੜ੍ਹਨ ਲੱਗ ਪੈਂਦੇ, ਰਸਾਲੇ ਨਹੀਂ ਪੜ੍ਹਨ ਲੱਗ ਪੈਂਦੇ, TV ਅੱਗੇ ਨਹੀਂ ਬਹਿ ਜਾਂਦੇ। ਨਹਾ ਕੇ ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਸਤ ਸੰਗਤ ਵਿੱਚ ਆਉਂਦੇ ਨੇ। ਤੋ ਇਹ ਗੁਰੂ ਕਾ ਸਿੱਖ ਕਦੋਂ ਨਹਾਉਂਦਾ ਹੈ ਕਿਸੇ ਨੇ ਵੇਖਿਆ ਹੀ ਨਹੀਂ। ਕਹਿੰਦੇ ਨਾ ਕਿਤੇ ਗੰਗਾ 'ਤੇ ਇਸ਼ਨਾਨ ਕਰਨ ਜਾਂਦਿਆਂ ਤੱਕਿਆ ਹੈ, ਕਿਉਂਕਿ ਗੰਗਾ ਨੇੜੇ ਵਹਿੰਦੀ ਹੈ। ਗੰਗਾ ਦੇ ਸੱਜੇ ਪਾਸੇ ਪਟਨਾ ਸ਼ਹਿਰ ਵਸਿਆ ਹੋਇਆ ਹੈ, ਖੱਬੇ ਪਾਸੇ ਗੰਗਾ ਹੈ ਪਟਨਾ ਸ਼ਹਿਰ ਦੇ। ਤੋ ਇੱਕ ਦਿਨ ਇਹਨਾਂ ਨੇ ਕਿਹਾ ਕਿ ਭਾਈ ਜੀ ਤੁਸੀਂ ਇਸ਼ਨਾਨ ਕਦੋਂ ਕਰਦੇ ਹੋ? ਕਹਿਣ ਲੱਗੇ ਭਾਈ ਤੁਹਾਨੂੰ ਮੈਂ ਮੂੰਹ ਤੋਂ ਕੀ ਦੱਸਾਂ, ਵਡਿਆਈ ਹੋ ਜਾਵੇਗੀ ਮੇਰੇ ਮੂੰਹ ਤੋਂ ਆਪਣੀ। ਗੁਰਸਿੱਖ ਕਦੇ ਆਪਣੀ ਵਡਿਆਈ ਨਹੀਂ ਕਰਦੇ। ਤੁਸੀਂ ਮੇਰੇ ਕੋਲ ਰਹੋ ਤੇ
ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। 2 ਗੁਰਸਿੱਖ ਇਹਦੇ ਘਰ ਵਿੱਚ ਰਾਤ ਰਹੇ ਨੇ। ਅੰਮ੍ਰਿਤ ਵੇਲੇ ਉੱਠਿਆ ਹੈ ਗੁਰਸਿੱਖ, ਪਹਿਰ ਰਾਤ ਰਹਿੰਦੀ, ਤੇ ਆਪਣਾ ਦਾਤਨ ਆਦਿਕ ਸੋਚਾਚਾਰ ਕੀਤਾ। ਇੰਨੇ ਸਮੇਂ ਨੂੰ ਇੱਕ ਚਿੱਟੀ ਗਊ ਆਈ ਹੈ, ਤੇ ਜਿਹੜਾ ਇਹਦਾ ਚਬੱਚਾ ਸੀ ਬਣਿਆ ਹੋਇਆ, ਉਹਨੂੰ ਮੂੰਹ ਵਿੱਚੋਂ ਜਲ ਕੱਢ ਕੇ ਭਰ ਦਿੱਤਾ। ਤੇ ਜਦੋਂ ਉਹ ਜਾਣ ਲੱਗੀ ਆ, ਗੁਰਸਿੱਖਾਂ ਨੇ ਪੁੱਛਿਆ ਤੂੰ ਕੌਣ ਹੈ? ਉਹਨੇ ਦੱਸਿਆ ਮੈਂ ਗੰਗਾ ਹਾਂ, ਤੇ ਰੋਜ਼ਾਨਾ ਹੀ ਮੈਂ ਇਸ ਰੰਗੇ ਹੋਏ ਮਹਾਤਮਾ ਦਾ ਇਸ਼ਨਾਨ ਕਰਾਉਣ ਵਾਸਤੇ ਤੜਕੇ ਆਉਂਦੀ ਹਾਂ। ਤੂੰ ਇਸ ਤਰ੍ਹਾਂ ਵਡਿਆਈ ਸਮਝ ਗਏ ਕਿ ਇਹ ਕੋਈ ਆਮ ਰੂਹ ਨਹੀਂ ਹੈ, ਇਹ ਤਾਂ ਇੱਕਮਿਕ ਹੋਇਆ ਮਹਾਰਾਜ ਜੀ ਦੇ ਵਿੱਚ ਗੁਰੂ ਕਾ ਸਿੱਖ ਹੈ। ਤਾਂ ਭਾਈ ਜਗਤੇ ਸੇਠ ਦੀ ਬੜੀ ਵਡਿਆਈ ਹੋਈ। ਫਿਰ ਸਾਰੇ ਲੋਕ ਸਮਝ ਗਏ, ਜਿਹਨੂੰ ਦੀਵਾਨਾ ਮਸਤਾਨਾ ਝੱਲਾ ਬੌਰਾ ਜਿਹਾ ਹੀ ਸਮਝਦੇ ਸਨ, ਅੱਜ ਪਤਾ ਲੱਗ ਗਿਆ ਕਿ ਭਾਈ ਝੱਲੇ ਤਾਂ ਅਸੀਂ ਹਾਂ, ਇਹ ਤਾਂ ਪ੍ਰਭੂ ਦਾ ਦੀਵਾਨਾ ਹੈ। ਦੀਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਤੋ ਉਸ ਨੂੰ ਨਿਹਾਲ ਕਰਨ ਵਾਸਤੇ ਮੇਰੇ ਹਜ਼ੂਰ ਇਹਦੇ ਘਰ ਵੱਲ ਜਾ ਰਹੇ ਨੇ। ਆਲਮਗੰਜ ਪਹਾੜ, ਜਿੱਥੇ ਅੱਜ ਵੱਡੀ ਸੰਗਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਪਟਨਾ ਸਾਹਿਬ ਦੇ ਵਿੱਚ ਵੱਡੀ ਸੰਗਤ, ਔਰ ਗਊ ਘਾਟ ਵਾਲਾ ਸਥਾਨ, ਇਹ ਗਊ ਘਾਟ ਵਾਲਾ ਮਹੱਲਾ ਵੀ ਵੱਜਦਾ ਹੈ। ਇੱਥੇ ਸਾਧ ਸੰਗਤ ਜੀ ਮਹਾਰਾਜ ਜੀ ਗਏ ਨੇ ਇਹਦੇ ਘਰ ਦੇ ਵਿੱਚ। ਵੇਖਿਆ ਮਹਾਰਾਜ ਸਾਹਿਬ ਜੀ ਨੂੰ ਦੁਕਾਨ ਤੇ ਬੈਠਾ ਸੀ। ਮਹਾਰਾਜ ਸਾਹਿਬ ਘੋੜੇ ਤੇ ਆਏ ਨੇ, ਦੌੜ ਕੇ ਆਇਆ, ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ, ਨਮਸਕਾਰ ਕੀਤੀ, ਪਲੰਘ ਦੇ ਉੱਪਰ ਬੇਨਤੀ ਕਰਕੇ ਮਹਾਰਾਜ ਜੀ ਨੂੰ ਸੁਭਾਏਮਾਨ ਕੀਤਾ ਹੈ, ਤੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ। ਬੜਾ ਪ੍ਰੇਮ ਬਰਾਗ, ਹੱਥ ਸੁੱਚੇ ਕਰਕੇ, ਮਠਿਆਈ ਆਦਿਕ ਤਿਆਰ ਕਰਕੇ, ਪੱਕੇ ਪਕਵਾਨ ਸਤਿਗੁਰਾਂ ਨੂੰ ਛਕਾਏ ਨੇ। ਹੋਰ ਵੀ ਸੰਗਤਾਂ ਜੋ ਆਈਆਂ, ਉਹਨਾਂ ਨੂੰ ਵੀ ਜਲ ਪਾਣੀ ਪਕਵਾਨ ਛਕਾਏ ਨੇ। ਜਿਵੇਂ ਜਿਵੇਂ ਇਹ ਪਟਨਾ ਸਾਹਿਬ ਦੀਆਂ ਸੰਗਤਾਂ ਸੁਣ ਰਹੀਆਂ ਨੇ, ਉਮੜ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਆ ਰਹੀਆਂ ਨੇ। ਮਹਾਰਾਜ ਸਭ ਨੂੰ ਉਪਦੇਸ਼ ਦੇ ਕੇ ਦਰਸ਼ਨ ਦੀਦਾਰ ਬਖਸ਼ਦੇ ਹੋਏ ਨਿਹਾਲ ਕਰ ਰਹੇ ਨੇ। ਇਹ ਕਥਾ ਆਪਾਂ ਕੱਲ੍ਹ ਸਰਵਣ ਕੀਤੀ ਹੈ। ਅੱਗੇ ਆ ਰਹੀ ਗੁਰ ਇਤਿਹਾਸ ਦੀ ਕਥਾ ਨੂੰ ਆਓ ਸਰੋਤੇ ਸਤ ਸੰਗੀ ਜਨੋ ਸਾਵਧਾਨ ਇਕਾਗਰ ਚੀਤ ਹੋ ਕੇ ਸੁਣੀਏ। ਇੱਕ ਵਾਰ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਹ ਕਹਿ ਸੰਗਤ ਨੇ ਸੁਨਿਓ, ਜਿੱਥੇ ਕਿੱਥੇ ਵੀ ਸੰਗਤ ਨੇ ਸੁਣਿਆ। ਭਾ ਆਗਮਨ ਕਿਰਪਾਲ, ਕਿਰਪਾਲੋ ਦਿਆਲੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹਨ। ਹਰਖ ਪਰਸ ਪਰ ਮਿਲਤ ਭੇ, ਬੜਾ ਆਨੰਦ ਹੋਇਆ ਗੁਰਸਿੱਖ ਸੰਗਤਾਂ ਦੇ ਮਨ ਵਿੱਚ ਆਪਸ ਵਿੱਚ ਮਿਲ ਕੇ। ਲੈ ਕਰ ਭੇਟ ਵਿਸਾਲ, ਬਹੁਤੀਆਂ ਭੇਟਾਵਾਂ ਲੈ ਲੈ ਕੇ ਸੰਗਤਾਂ ਆ ਰਹੀਆਂ ਹਨ। ਚੌਪਈ ਸੰਗਤ ਸ਼ਬਦ ਕੀਰਤਨ ਕਰਤੇ, ਗੁਰੂ ਕੀ ਸੰਗਤ ਵਿੱਚ ਗੁਰਸਿੱਖ ਸਤਿਗੁਰਾਂ ਦੇ ਕੋਲ ਕੀਰਤਨ ਕਰਦੇ ਆਉਂਦੇ ਨੇ, ਸਤਿਗੁਰਾਂ ਦੀ ਵਡਿਆਈ ਕਰਦੇ ਆਉਂਦੇ ਨੇ। ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ
ਵਡ ਭਾਗੀ ਪਾਇਆ। ਇਸ ਤਰ੍ਹਾਂ ਸੰਗਤਾਂ ਸ਼ਬਦ ਪੜ੍ਹਦੀਆਂ ਆਉਂਦੀਆਂ ਹਨ, ਕੀਰਤਨ ਕਰਦੀਆਂ। ਭਰੇ ਆਨੰਦ ਸਿਰ ਚਰਨਨ ਧਰਤੇ। ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਦੀਆਂ ਹਨ ਸੰਗਤਾਂ। ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਜਰੀ ਜੁਗਤ ਬਹੁ ਸ਼ਸਤਰ ਲਿਆਏ। ਤਿੱਲਿਆਂ ਦੇ ਨਾਲ ਕੱਢੇ ਹੋਏ ਵਸਤਰ ਜਰੀਆਂ ਵਿੱਚ ਜੜੀਆਂ ਹੋਈਆਂ, ਜਿਹਦੇ ਵਿੱਚ ਬਹੁਤ ਸੋਹਣੇ ਉਹ ਸੰਗਤਾਂ ਲੈ ਕੇ ਆਈਆਂ। ਰੁਚਿਰ ਬਿਭੂਖਣ ਧਰ ਅਗਵਾਏ। ਮਹਾਰਾਜ ਜੀ ਦੇ ਅੱਗੇ ਸੁੰਦਰ ਗਹਿਣੇ ਸੋਨੇ ਚਾਂਦੀ ਦੇ ਰੱਖ ਕੇ ਸੰਗਤਾਂ ਨਮਸਕਾਰ ਕਰਦੀਆਂ ਹਨ। ਅਰਪਹਿ ਦਰਬ ਅਨਕ ਨਰ ਆਏ। ਬਹੁਤ ਸਾਰੇ ਮਨੁੱਖ ਸਿੱਖ ਆ ਕਰਕੇ ਹਜ਼ੂਰ ਦੇ ਚਰਨਾਂ ਤੇ ਧਨ ਭੇਟਾ ਕਰਦੇ ਹਨ। ਦਰਸ ਕਰਨ ਅਵਕਾਸ਼ ਹੈ ਪਾਏ। ਕਿਉਂਕਿ ਭੀੜ ਬਹੁਤ ਵੱਡੀ ਲੱਗ ਗਈ ਹੈ, ਮਸਾਂ ਹੀ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ। ਪਟਨਾ ਸ਼ਹਿਰ ਲੋਕ ਬਹੁ ਬਸੈ। ਕਿਉਂਕਿ ਪਟਨਾ ਸ਼ਹਿਰ ਬਹੁਤ ਵੱਡਾ ਸ਼ਹਿਰ ਹੈ ਤੇ ਬਹੁਤ ਲੰਮੇਰੇ ਸਮੇਂ ਤੋਂ ਇਹ ਵਸਿਆ ਹੋਇਆ ਸ਼ਹਿਰ ਹੈ। ਚੰਦਰਗੁਪਤ ਮੌਰੀਆ ਦੇ ਵੇਲੇ ਵੀ 6-7 ਮੀਲ ਤੱਕ ਇਹ ਜਿਹੜਾ ਸ਼ਹਿਰ ਵਸਿਆ ਹੋਇਆ ਸੀ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇੱਥੇ ਆ ਕੇ ਆਪਣੇ ਚਰਨ ਪਾਏ ਸਾਲ ਸਰਾਏ ਜੌਹਰੀ ਦੇ ਘਰ ਦੇ ਵਿੱਚ। ਤੋ ਇਸ ਕਰਕੇ ਸਾਧ ਸੰਗਤ ਜੀ ਬਹੁਤ ਸੰਗਤਾਂ ਗੁਰਸਿੱਖੀ ਵਿੱਚ ਨੇ, ਗੁਰਸਿੱਖ ਹਨ ਬਹੁਤ ਸਾਰੇ ਇੱਥੋਂ ਦੇ, ਸਭ ਸੁਣ ਕੇ ਆਉਂਦੇ ਹਨ। ਬੇਸਮਾਰ ਗੁਰ ਜਿਸ ਜਸ ਬਹੁ ਲਸੈ। ਸਤਿਗੁਰਾਂ ਦਾ ਬਹੁਤ ਸਾਰਾ ਜਸ ਜਿਹੜਾ ਹੈ ਉਹ ਸੰਗਤਾਂ ਆ ਕੇ ਕਰਦੀਆਂ। ਬੇਸਮਾਰ ਗਿਣਤੀ ਤੋਂ ਪਰੇ ਸੰਗਤਾਂ ਆ ਰਹੀਆਂ ਹਨ ਤੇ ਸਤਿਗੁਰਾਂ ਦਾ ਜਸ ਵੀ ਬੇਸਮਾਰ ਹੋ ਰਿਹਾ ਹੈ। ਅਨਕ ਭਾਂਤ ਕੀ ਆਨ ਮਿਠਾਈ। ਅਨੇਕਾਂ ਤਰ੍ਹਾਂ ਦੀਆਂ ਮਠਿਆਈਆਂ ਸੰਗਤਾਂ ਘਰ ਤੋਂ ਬਣਾ ਕੇ ਆਪਣੇ ਹੱਥੀਂ ਲੈ ਕੇ ਆਉਂਦੀਆਂ ਹਨ। ਖਰੇ ਹੋਏ ਅਰਦਾਸ ਕਰਾਈ। ਮਹਾਰਾਜ ਦੇ ਕੋਲ ਮਠਿਆਈਆਂ ਲਿਆ ਕੇ ਮੇਵੜੇ ਕੋਲੋਂ ਅਰਦਾਸ ਖੜੇ ਹੋ ਕੇ ਕਰਾਉਂਦੀਆਂ ਹਨ। ਕਹਿ ਕੇ ਵੱਡ ਮਸੰਦ ਚੱਲ ਆਏ। ਇਸ ਇਲਾਕੇ ਦੇ ਵੱਡੇ ਵੱਡੇ ਮਸੰਦ, ਸੁਖਚੈਨ ਨਾਮ ਦਾ ਮਸੰਦ ਆਦਿਕ ਤੇ ਬਲਾਕੀ ਦਾਸ ਵਰਗੇ ਉਹ ਵੀ ਚੱਲ ਕੇ ਆਏ। ਬ੍ਰਿੰਦ ਸੰਗਤਾਂ ਸੰਗ ਸੋ ਲਿਆਏ। ਬਹੁਤ ਸਾਰੀਆਂ ਸੰਗਤਾਂ ਨੂੰ ਦੱਸ ਕੇ ਕਿ ਮਹਾਰਾਜ ਸਾਹਿਬ ਨੌਵੇਂ ਪਾਤਸ਼ਾਹ ਜੀ ਆਏ ਨੇ, ਨਾਲ ਹੀ ਲੈ ਕੇ ਆਏ। ਗੁਰ ਕੋ ਅਰਪਿਓ ਦਰਬ ਵਿਸਾਲਾ। ਸਤਿਗੁਰਾਂ ਦੇ ਚਰਨਾਂ ਤੇ ਬਹੁਤ ਸਾਰਾ ਇਹਨਾਂ ਮਸੰਦਾਂ ਨੇ ਲਿਆ ਕੇ ਧਨ ਭੇਟਾ ਕੀਤਾ ਹੈ। ਸੇਵਾ ਅਪਰ ਕਰੀ ਤਤਕਾਲਾ। ਸਭ ਤਰ੍ਹਾਂ ਕਰਕੇ ਮਹਾਰਾਜ ਜੀ ਦੀ ਛੇਤੀ ਨਾਲ ਸੇਵਾ ਕਰਨ ਵਿੱਚ ਜੁਟ ਪਏ। ਛੋਟੋ ਥਾਨ ਲੋਕ ਸਮੁਦਾਏ। ਥਾਂ ਥੋੜਾ ਹੈ ਭਾਈ ਜਗਤ ਸੇਠ ਦੇ ਘਰ ਦਾ, ਜਗ੍ਹਾ ਥੋੜੀ ਹੈ, ਪਰ ਸੰਗਤਾਂ ਬਹੁਤ ਜ਼ਿਆਦਾ ਆ ਰਹੀਆਂ ਹਨ। ਭਈ ਭੀੜ ਥਿਤ ਥਾਉ ਨ ਪਾਏ। ਐਡੀ ਵੱਡੀ ਭੀੜ ਪੈ ਗਈ ਕਿ ਖੜੇ ਹੋਣ ਜੋਗੀ ਵੀ ਜਗ੍ਹਾ ਨਹੀਂ ਪ੍ਰਾਪਤ ਹੁੰਦੀ। ਬੈਠਣ ਦੀ ਜਗ੍ਹਾ ਤਾਂ ਦੂਰ ਦੀ ਗੱਲ, ਖੜੇ ਵੀ ਨਹੀਂ ਹੋਇਆ ਜਾਂਦਾ। ਜਗ੍ਹਾ ਥੋੜੀ ਹੋਣ ਕਰਕੇ ਬਹੁਤ ਭੀੜ ਹੋ ਗਈ। ਸੰਗਤ ਸੰਗ ਮਸੰਦ ਮਿਲੇ ਹੈ। ਬਹੁਤ ਸਾਰੇ ਮਸੰਦ ਗੁਰੂ ਕੀ ਸੰਗਤ ਦੇ ਨਾਲ ਮਿਲ ਕੇ ਆਪਸ ਮੈਂ ਇਮ ਕਰਤ ਭਲੇ ਹੈ। ਆਪਸ ਦੇ ਵਿੱਚ ਇਸ ਤਰ੍ਹਾਂ ਵਿਚਾਰ ਭਲੀ ਪ੍ਰਕਾਰ ਕਰਦੇ ਹਨ। ਨਗਰ ਵਿਖੈ ਇਨ ਹੇਤ ਨਿਕੇਤ। ਕਹਿੰਦੇ ਕਿ ਨਗਰ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਰਹਿਣ ਦੇ ਵਾਸਤੇ ਵੱਡਾ ਘਰ ਚਾਹੀਦਾ ਹੈ। ਚਾਹੀਤ ਹੈ ਵਿਸਤਾਰ ਸਮੇਤ। ਕੋਈ ਵਿਸਥਾਰ ਬਹੁਤਾ ਚੌੜਾ ਵੱਡਾ ਘਰ ਹੋਵੇ, ਉਹ ਮਹਾਰਾਜ ਨੂੰ ਚਾਹੀਦਾ ਹੈ। ਬਸੈ ਇਹਾਂ ਗੁਰ ਕੇਤਕ ਕਾਲ। ਜਿੱਥੇ ਮਹਾਰਾਜ ਕਿੰਨਾ ਸਮਾਂ ਇੱਥੇ ਰਹਿਣ, ਸਾਨੂੰ ਦਰਸ਼ਨ ਦੀਦਾਰ ਦੇਣ। ਦਰਸਹਿ ਨਿਤ ਹਮ ਹੋਏ ਨਿਹਾਲ। ਬਹੁਤ ਸੰਗਤਾਂ ਆ ਕੇ ਦਰਸ਼ਨ ਕਰਨ, ਅਸੀਂ ਵੀ ਦਰਸ਼ਨ ਕਰਦੇ ਨਿਹਾਲ ਹੋਈਏ। ਇਸ ਸਿੱਖ ਕੇ ਘਰ ਨਹੀਂ ਸਮਾਵ ਹੈ। ਇਸ ਗੁਰਸਿੱਖ ਭਾਈ ਜਗਤ ਸੇਠ ਦੇ ਘਰ ਵਿੱਚ ਸਾਰੀਆਂ ਸੰਗਤਾਂ ਦਾ ਇਕੱਠ ਪੂਰਾ ਨਹੀਂ ਆ ਰਿਹਾ, ਨਹੀਂ ਸਮਾ ਰਹੀਆਂ ਸੰਗਤਾਂ। ਦਰਸ਼ਨ ਕਰਨ ਹਜ਼ਾਰੋਂ ਆਵੈ। ਕਿਉਂਕਿ ਹਜ਼ਾਰਾਂ ਸੰਗਤਾਂ ਆ ਰਹੀਆਂ ਨੇ ਉਮੜ ਕਰਕੇ ਦਰਸ਼ਨਾਂ ਵਾਸਤੇ। ਸਗਰੇ ਨਗਰ ਨਹੀਂ ਸੁਧ ਹੋਈ। ਅਜੇ ਤਾਂ ਭਾਈ ਸਾਰੇ ਸ਼ਹਿਰ ਦੇ ਵਿੱਚ
ਨਹੀਂ ਕਿਸੇ ਨੂੰ ਖਬਰ ਪੂਰੀ ਹੋਈ। ਸੁਨ ਸੁਨ ਆਏ ਪਿਖੈ ਸਭ ਕੋਈ। ਜਦੋਂ ਸਾਰਿਆਂ ਨੂੰ ਖਬਰ ਹੋ ਗਈ ਨਾ, ਸਭ ਸੁਣ ਸੁਣ ਕੇ ਦਰਸ਼ਨ ਕਰਨ ਵਾਸਤੇ ਆਉਣਗੇ। ਬਾਹਰ ਨਗਰ ਰਹਿ ਜੇ ਗ੍ਰਾਮ। ਇਸ ਕਰਕੇ ਬਾਹਰ ਪਟਨਾ ਸ਼ਹਿਰ ਤੋਂ ਬਾਹਰ ਦੇ ਵੀ ਜਿਹੜੇ ਨੇੜੇ ਦੂਰ ਦੇ ਨਗਰ ਹਨ, ਛੋਟੇ ਵੱਡੇ, ਸੁਨਹਿ ਜਬਹਿ ਆਏ ਗੁਰ ਧਾਮ। ਉਹ ਵੀ ਜਦੋਂ ਕੰਨਾਂ ਵਿੱਚ ਸੁਣਨਗੇ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਆਏ ਹਨ, ਸਗਰੇ ਉਮੜੈ ਆਏ ਇੱਕ ਵਾਰੀ। ਸਾਰੀਆਂ ਸੰਗਤਾਂ ਫਿਰ ਉਹ ਪਿੰਡਾਂ ਵਾਲੀਆਂ ਨਗਰਾਂ ਵਾਲੀਆਂ ਉਮੜ ਕੇ ਇੱਕੋ ਵਾਰੀ ਆ ਜਾਣਗੀਆਂ। ਪਿਖੈ ਗੁਰੂ ਔਰ ਸ਼ਰਧਾ ਧਾਰੀ। ਬੜੀ ਸਰਧਾ ਧਾਰਨ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨਗੀਆਂ। ਇਸ ਵਿਦ ਸਭ ਮਹਿ ਕਰਤ ਵਿਚਾਰ। ਇਸ ਤਰ੍ਹਾਂ ਇਹ ਮਸੰਦ ਤੇ ਮੁਖੀ ਮੁਖੀ ਸਿੱਖ ਸਾਰਿਆਂ ਵਿੱਚ ਵਿਚਾਰ ਕਰਦੇ ਹਨ ਕਿ ਮਹਾਰਾਜ ਵਾਸਤੇ ਵੱਡੀ ਹਵੇਲੀ, ਵੱਡਾ ਘਰ ਚਾਹੀਦਾ ਹੈ। ਤਬ ਇੱਕ ਸਿੱਖ ਨੇ ਕੀਨ ਉਚਾਰ। ਕਵੀ ਜੀ ਕਹਿੰਦੇ ਤਿਸ ਵੇਲੇ ਇੱਕ ਗੁਰੂ ਕਾ ਸਿੱਖ ਉਹਨਾਂ ਸੰਗਤਾਂ ਵਿੱਚ ਸੀ, ਉਹਨੇ ਆਪਣੀ ਬੇਨਤੀ ਕਹੀ। ਮੈਂ ਇੱਕ ਦਿਉ ਹਵੇਲੀ ਗੁਰ ਕੋ। ਕਹਿੰਦੇ ਮੇਰੀ ਇੱਕ ਹਵੇਲੀ ਵੱਡੀ ਹੈ, ਮੈਂ ਸਤਿਗੁਰਾਂ ਨੂੰ ਇਹ ਹਵੇਲੀ ਅਰਪਣ ਕਰਦਾ ਹਾਂ। ਹਾਥ ਜੋੜ ਕਰ ਭਾਉ ਉਰ ਕੋ। ਹੱਥ ਜੋੜ ਕਰਕੇ ਉਹਨੇ ਬੜਾ ਪ੍ਰੇਮ ਧਾਰ ਕੇ ਇਸ ਤਰ੍ਹਾਂ ਬੇਨਤੀ ਕੀਤੀ, ਹਿਰਦੇ ਦਾ ਭਾਵ ਪ੍ਰੇਮ ਧਾਰ ਕੇ। ਤਿਸ ਮਹਿ ਬਸੈ ਸਦਾ ਸੁਖ ਪਾਏ। ਮਹਾਰਾਜ ਆਪਣੀਆਂ ਸੰਗਤਾਂ ਆਪਣੇ ਸੇਵਕਾਂ ਸਮੇਤ ਸੁਖ ਸਹਿਤ ਉਤੇ ਵਾਸਾ ਕਰਨ। ਮੇਰੋ ਜਨਮ ਸਫਲ ਹੋਏ ਜਾਏ। ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਿਆ, ਦੁਨੀਆ ਤੇ ਆਉਣਾ ਸਫਲ ਹੋ ਗਿਆ। ਇਮ ਕਹਿ ਸਭ ਮਹਿ ਸ਼ਰਧਾ ਧਾਰ। ਇਸ ਤਰ੍ਹਾਂ ਸਾਰਿਆਂ ਦੇ ਵਿੱਚ ਬੜਾ ਪ੍ਰੇਮ, ਨਿਸ਼ਚਾ, ਸਿਦਕ, ਸਰਧਾ ਧਾਰ ਕੇ ਸਤਿਗੁਰ ਕੇ ਟਿਕ ਕੀਨ ਉਚਾਰ। ਮਹਾਰਾਜ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ ਹੈ। ਪ੍ਰਭ ਜੀ ਲਿਹੋ ਹਵੇਲੀ ਮੋਤੇ। ਇਹ ਪ੍ਰਭੂ ਜੀਓ, ਇਹ ਹਵੇਲੀ ਜਿਹੜੀ ਹੈ ਨਾ ਮੇਰੇ ਕੋਲ, ਇਹ ਆਪ ਜੀ ਕਿਰਪਾ ਕਰਕੇ ਲੈ ਲਓ। ਤਿਸ ਮਹਿ ਬਸੋ ਆਨੰਦ ਉਦੋਤੇ। ਪ੍ਰਗਟ ਹੀ ਆਨੰਦਦਾਇਕ ਸਤਿਗੁਰੂ ਆਨੰਦ ਦਿਓ ਮੈਨੂੰ ਵੀ, ਤੇ ਉੱਥੇ ਵਸ ਕਰਕੇ ਸੰਗਤਾਂ ਨੂੰ ਵੀ ਆਨੰਦ ਵਰਤਾਓ ਜੀ। ਤਬ ਅਰਦਾਸ ਮੇਵਰੇ ਕਰੀ। ਤੇ ਇਸ ਵੇਲੇ ਕਹਿੰਦੇ ਮੇਵੜੇ ਅਰਦਾਸੀਏ ਨੇ ਅਰਦਾਸਾ ਸੋਧਿਆ ਹੈ। ਤਿਸੀ ਸਿੱਖ ਕੀ ਅਪਦਾ ਹਰੀ। ਉਹ ਜਿਹੜਾ ਗੁਰਸਿੱਖ ਹੈ, ਉਹਦੀਆਂ ਸਾਰੀਆਂ ਲੋਕ ਪਰਲੋਕ ਦੀਆਂ ਬਿਪਤਾ ਸਭ ਦੂਰ ਕਰ ਦਿੱਤੀਆਂ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਸ੍ਰੀ ਗੁਰੂ ਤੇਗ ਬਹਾਦਰ ਧੀਰ। ਧੀਰਜ ਧਾਰੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਦਾਸ ਹਕਾਰੇ ਤੀਰ। ਮਹਾਰਾਜ ਜੀ ਨੇ ਆਪਣੇ ਸੇਵਕ ਦਾਸ ਸਾਰੇ ਕੋਲ ਬੁਲਾਏ। ਸਿੱਖ ਕੇ ਸੰਗ ਜਾਹੋ ਲੈ ਡੇਰਾ। ਮਹਾਰਾਜ ਕਹਿੰਦੇ ਭਾਈ ਸਾਰਾ ਡੇਰਾ ਲੈ ਕੇ ਜਿੰਨੀ ਸੰਗਤ ਹੈ ਸਭਨਾਂ ਨੂੰ ਨਾਲ ਲੈ ਕੇ ਇਸ ਗੁਰਸਿੱਖ ਦੀ ਹਵੇਲੀ ਘਰ ਚਲੇ ਜਾਓ। ਕਰੋ ਤਹਾਂ ਬਿਸਰਾਮ ਬਡੇਰਾ। ਉੱਥੇ ਜਾ ਕਰਕੇ ਆਪਣਾ ਵਿਸਰਾਮ ਆਰਾਮ ਕਰਨਾ ਕਰੋ। ਤੁਸੀਂ ਸਾਰੇ ਥੱਕੇ ਹੋ ਭਾਈ। ਮਾਤ ਨਾਨਕੀ ਕੋ ਲੈ ਜਾਵੋ। ਸਾਡੇ ਮਾਤਾ ਨਾਨਕੀ ਸਾਹਿਬ ਜੀ ਨੂੰ ਵੀ ਨਾਲ ਲੈ ਜਾਓ। ਸਕਲ ਸਮਾਜ ਸਮੇਤ ਸਿਧਾਵੋ। ਜਿੰਨਾ ਵੀ ਸਮਾਜ, ਘੋੜੇ, ਪਾਲਕੀ, ਰੱਥ, ਜੋ ਕੁਝ ਵੀ ਹੈ, ਦਾਣਾ ਆਦਿਕ ਜਾਂ ਹੋਰ ਵੀ ਆਦਿਕ ਸਮਾਨ, ਲੰਗਰ ਬਣਾਉਣ ਵਾਲਾ, ਉਹ ਸਾਰਾ ਹੀ ਨਾਲ ਹੀ ਲੈ ਜਾਓ। ਸੁਣ ਕੇ ਆਇਸ ਸਗਰੇ ਦਾਸ। ਮਹਾਰਾਜ ਜੀ ਦੀ ਆਗਿਆ ਸੁਣ ਕਰਕੇ ਸਾਰੇ ਹੀ ਸੇਵਕ ਗਮਨੇ ਤਤ ਛਿਨ ਤਿਸੀ ਆਵਾਸ। ਤਤ ਛਿਨ ਝਟ ਹੀ ਸਭਨਾਂ ਨੂੰ ਨਾਲ ਲੈ ਕੇ ਉਸ ਹਵੇਲੀ ਵੱਲ ਚਲੇ ਗਏ। ਇਹ ਜਿਹੜੀ ਹਵੇਲੀ ਹੈ, ਇਹ ਸਾਲ ਸਰਾਏ ਦੀ ਹਵੇਲੀ ਹੈ ਸਾਧ ਸੰਗਤ ਜੀ, ਜਿੱਥੇ ਸਾਹਿਬਜ਼ਾਦਾ ਜੀ ਦਾ ਆਗਮਨ ਹੋਣਾ ਹੈ। 10ਵੇਂ ਪਾਤਸ਼ਾਹ ਜੀ ਨੇ ਜਿੱਥੇ ਆਪਣਾ ਸਰੀਰ ਪ੍ਰਗਟ ਕਰਨਾ, ਇਹ ਉਹ ਹੀ ਹਵੇਲੀ ਹੈ ਜੋ ਅੱਜ ਕੱਲ੍ਹ ਹਰੀ ਮੰਦਰ ਬਣਿਆ ਹੋਇਆ ਹੈ। ਹਰੀ ਮੰਦਰ ਪਟਨਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ, ਜਿੱਥੇ ਸੰਗਤਾਂ ਜਾ ਕੇ ਮੁੱਖ ਸਥਾਨ ਦੇ ਦਰਸ਼ਨ ਕਰਦੀਆਂ ਨੇ। ਇਹ ਉਹ ਹਵੇਲੀ ਹੈ ਜਿੱਥੇ ਕਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਏ ਸਨ। ਸਾਲ ਸਰਾਏ ਜੌਹਰੀ ਦੇ ਘਰ ਵਿੱਚ ਰਹੇ ਸਨ ਤਕਰੀਬਨ 1 ਮਹੀਨਾ। ਤੇ ਜਦੋਂ ਮਹਾਰਾਜ ਚੱਲਣ ਲੱਗੇ, ਮਹਾਰਾਜ ਕਹਿੰਦੇ ਕਿ ਜੌਹਰੀ ਜੀ ਹੁਣ ਸਾਨੂੰ ਕਾਰਜ ਹੈ,
ਇਸ ਕਰਕੇ ਅਸੀਂ ਚੱਲੇ ਹਾਂ। ਬਰਾਗ ਕਰਨ ਲੱਗਾ, ਹੰਝੂ ਅੱਖਾਂ ਵਿੱਚੋਂ ਕੇਰਨ ਲੱਗਾ, ਹੱਥ ਜੋੜ ਕੇ ਚਰਨਾਂ ਤੇ ਡਿੱਗ ਪਿਆ, ਮਹਾਰਾਜ ਹੋਰ ਕਿਰਪਾ ਕਰੋ, ਕੁਝ ਸਮਾਂ ਹੋਰ। ਤਾਂ ਮਹਾਰਾਜ ਜੀ ਨੇ ਬਾਹਾਂ ਤੋਂ ਪਕੜ ਕੇ ਇਹਨੂੰ ਗਲਵੱਕੜੀ ਵਿੱਚ ਲੈ ਲਿਆ, ਸਾਲਸਰਾਏ ਜੌਹਰੀ ਨੂੰ। ਮਹਾਰਾਜ ਕਹਿੰਦੇ ਹੁਣ ਤਾਂ ਅਸੀਂ ਜ਼ਰੂਰ ਜਾਣਾ ਹੈ, ਜ਼ਰੂਰੀ ਕਾਰਜ ਹੈ ਅੱਗੇ ਭਾਈ, ਕਾਮਰੂ ਦੇਸ਼ ਨੂੰ ਜਾਣਾ ਹੈ, ਉੱਥੋਂ ਦੀਆਂ ਜਾਦੂਗਰਨੀਆਂ ਨੂੰ ਸਿੱਧੇ ਰਾਹ ਪਾਉਣਾ ਹੈ। ਪਰ ਤੇਰੇ ਨਾਲ ਬਚਨ ਕਰਦੇ ਹਾਂ, ਅਸੀਂ ਆਵਾਂਗੇ ਜ਼ਰੂਰ। ਮਹਾਰਾਜ ਕਦੋਂ ਆਓਗੇ ਮੈਨੂੰ ਪਤਾ ਲੱਗ ਜਾਵੇ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਸ ਜਾਮੇ ਵਿੱਚ ਨਹੀਂ ਆਵਾਂਗੇ, 10ਵੇਂ ਜਾਮੇ 'ਚ ਆਵਾਂਗੇ। ਜਦੋਂ ਅਸੀਂ ਆਪਣਾ 10ਵਾਂ ਜਾਮਾ ਪ੍ਰਗਟ ਕਰਾਂਗੇ, ਆ ਜੌਹਰੀ ਸਾਲਸਰਾਏ ਤੇਰੇ ਘਰ ਵਿੱਚ ਹੀ ਆਪਣਾ 10ਵਾਂ ਜਾਮਾ ਪ੍ਰਗਟ ਕਰਾਂਗੇ। 1-2 ਮਹੀਨੇ ਨਹੀਂ ਰਹਾਂਗੇ, ਹੁਣ ਤਾਂ 1 ਮਹੀਨਾ ਰਹੇ ਆ ਨਾ, ਉਦੋਂ 1-2 ਮਹੀਨੇ ਨਹੀਂ ਰਹਾਂਗੇ, ਸਾਲਾਂ ਭਰ ਤੇਰੇ ਕੋਲ ਅਸੀਂ ਰਹਾਂਗੇ, ਤੇਰੇ ਘਰ ਵਿੱਚ ਰਹਾਂਗੇ, ਤੇਰੀ ਅੰਸ ਬੰਸ ਵਾਲੇ ਨਿਹਾਲ ਹੋਣਗੇ। ਤੋ ਇਹ ਸਾਲਸਰਾਏ ਜੌਹਰੀ ਦਾ ਘਰ ਹੈ, ਜਿਹਦਾ ਅੱਗੋਂ ਸਾਧ ਸੰਗਤ ਜੀ ਪੜਪੋਤਰਾ ਉਹ ਬੇਨਤੀ ਕਰ ਰਿਹਾ ਹੈ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਹਵੇਲੀ ਨੂੰ ਅਰਪਣ ਕਰਨ ਵਾਸਤੇ। ਤੇ ਮਹਾਰਾਜ ਸਾਹਿਬ ਜੀ ਨੇ ਉਹ ਹਵੇਲੀ ਮਨਜ਼ੂਰ ਕੀਤੀ ਹੈ, ਕਿਉਂਕਿ ਪਹਿਲੇ ਸਰੂਪ ਵਿੱਚ ਜਿਹੜੇ ਬਚਨ ਹੋਏ ਨੇ ਉਹ ਕੁਦਰਤੀ ਹੀ ਦੇਵਨੈਤੀ ਇਸ ਤਰ੍ਹਾਂ ਬਣ ਜਾਂਦੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਉੱਥੇ ਭੇਜ ਦਿੱਤਾ। ਸਭ ਸਮਾਜ ਤਹਿ ਆਨ ਉਤਾਰਾ, ਸਾਰਾ ਸਾਜੋ ਸਮਾਨ ਉੱਥੇ ਆ ਕਰਕੇ ਉਤਾਰ ਦਿੱਤਾ, ਡੇਰਾ ਲਾ ਦਿੱਤਾ। ਮਾਤ ਨਾਨਕੀ ਸਕਲ ਨਿਹਾਰਾ, ਮਾਤਾ ਨਾਨਕੀ ਜੀ ਨੇ ਸਾਰਾ ਘਰ ਸਾਰੀ ਹਵੇਲੀ ਨੂੰ ਤੱਕਿਆ ਦੇਖਿਆ ਹੈ। ਸ੍ਰੀ ਗੁਜਰੀ ਤਹਿ ਕੀਨ ਨਿਵਾਸ, ਸਾਡੇ ਮਾਤਾ ਗੁਜਰ ਕੌਰ ਜੀ ਨੇ ਵੀ ਉਸ ਘਰ ਦੇ ਵਿੱਚ ਆਪਣਾ ਨਿਵਾਸ ਕੀਤਾ ਹੈ। ਦਾਸੀ ਦਾਸ ਬਸੇ ਤੇ ਪਾਸ, ਇਸ ਮਾਤਾ ਦੇ ਕੋਲ ਬਹੁਤ ਸਾਰੀਆਂ ਦਾਸੀਆਂ ਸੇਵਾਦਾਰਨੀਆਂ ਉਹ ਵਾਸਾ ਕਰਦੀਆਂ ਮਾਤਾ ਜੀ ਦੀ ਸੇਵਾ ਵਾਸਤੇ। ਸ੍ਰੀ ਗੁਰਦੇਵ ਬਹੁਰ ਚੱਲ ਆਏ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੁਝ ਸਮਾਂ ਆਪਣੇ ਸਿੱਖ ਨੂੰ ਨਿਹਾਲ ਕਰਕੇ ਭਾਈ ਜਗਤ ਸੇਠ ਨੂੰ ਫਿਰ ਇਸੇ ਗ੍ਰਹਿ ਹਵੇਲੀ ਵਿੱਚ ਆ ਗਏ ਨੇ। ਦੇ ਆਏ ਸਕੋ ਤਹਾਂ ਬਸਾਏ, ਮਹਾਰਾਜ ਜੀ ਨੇ ਆਗਿਆ ਦੇ ਕਰਕੇ ਨਾ ਹੁਕਮ ਲਾ ਕੇ ਭਾਈ ਤੁਸੀਂ ਇੱਥੇ ਡੇਰਾ ਕਰੋ, ਤੁਸੀਂ ਇੱਥੇ ਡੇਰਾ ਕਰੋ, ਕਿਉਂਕਿ ਹਵੇਲੀ ਕਾਫੀ ਵੱਡੀ ਹੈ ਤੇ ਸਤਿਗੁਰਾਂ ਦਾ ਸਾਥ ਵੀ ਬੜਾ ਵੱਡਾ ਹੈ। ਫਕੀਰ ਵੀ ਨਾਲ ਨੇ, ਸਾਧੂ ਵੀ ਨਾਲ ਨੇ, ਸੂਰਬੀਰ ਘੋੜ ਸਵਾਰ ਵੀ ਨਾਲ ਨੇ, ਸੇਵਕ ਦਾਸ ਦਾਸੀਆਂ ਸਭ ਨਾਲ ਨੇ। ਤੋ ਸਭ ਦਾ ਜਥਾ ਜੋਗ ਜਗ੍ਹਾ ਤੇ ਡੇਰਾ ਕਰਵਾਇਆ ਹੈ। ਅਪਰ ਸਿੱਖ ਨਿਜ ਨਿਜ ਘਰ ਮਾਹੇ, ਹੋਰ ਵੀ ਜਿਹੜੇ ਗੁਰਸਿੱਖ ਨੇ ਆਪੋ ਆਪਣੇ ਘਰ ਦੇ ਵਿੱਚ ਗੁਰਬਾਹਨ ਬੰਧਵਾਏ ਤਾਹੇ, ਕਿਉਂਕਿ ਗੁਰੂ ਕੇ ਵਾਹਨ ਵੀ ਕਾਫੀ ਨੇ, ਘੋੜੇ ਕਾਫੀ ਨੇ। ਨੇੜੇ ਨੇੜੇ ਦੇ ਘਰਾਂ ਵਾਲੇ ਸਿੱਖਾਂ ਨੇ ਘੋੜਿਆਂ ਨੂੰ ਆਪੋ ਆਪਣੇ ਘਰਾਂ ਵਿੱਚ ਬਣਵਾ ਲਿਆ ਹੈ। ਬਹੁਦਾਸਨ ਕੇ ਆਲਜ ਡੇਰਾ, ਬਹੁਤ ਸਾਰੇ ਸੇਵਕਾਂ ਦਾ ਡੇਰਾ ਵੀ ਨੇੜੇ ਨੇੜੇ ਦੇ ਘਰਾਂ ਵਿੱਚ ਕਰਵਾ ਦਿੱਤਾ, ਜਿੱਥੇ ਪ੍ਰੇਮੀਆਂ ਨੇ ਬੇਨਤੀ ਕੀਤੀ। ਕਰਤ ਭਏ ਪਿਖ ਭਾਉ ਕਨੇਰਾ, ਬੜਾ ਪ੍ਰੇਮ ਵੇਖ ਕਰਕੇ ਸੇਵਕ ਸਿੱਖਾਂ ਦਾ ਮਹਾਰਾਜ ਜੀ ਇਸ ਤਰ੍ਹਾਂ, ਕੋਈ ਕਹਿੰਦਾ ਮਹਾਰਾਜ 1 ਸਿੱਖ ਮੇਰੇ ਘਰ ਵਿੱਚ ਭੇਜ ਦਿਓ, ਕੋਈ ਕਹਿੰਦਾ 2 ਸਿੱਖ ਮੇਰੇ ਘਰ ਵਿੱਚ ਡੇਰਾ ਲਾ ਲੈਣ, ਇੰਨੇ ਘੋੜੇ ਮੇਰੇ ਘਰ ਦੇ ਵਿੱਚ ਬੰਨ੍ਹ ਦਿਓ, ਮੇਰੇ ਕੋਲ ਜਗ੍ਹਾ ਹੈ। ਤੋ ਇਸ ਤਰ੍ਹਾਂ ਮਹਾਰਾਜ ਜੀ ਨੇ ਸਭ ਡੇਰਾ ਲਵਾ ਦਿੱਤਾ। ਸਵਈਆ ਛੰਦ ਬਸਨ ਲੱਗੇ ਸ੍ਰੀ ਤੇਗ ਬਹਾਦਰ ਸਾਹਿਬ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਤਰ੍ਹਾਂ ਪਟਨਾ ਸਾਹਿਬ ਵਿੱਚ ਵਾਸਾ ਕਰ ਰਹੇ ਹਨ। ਕੇਤਕ ਦਿਵਸ ਬਿਤਾਵਨ ਠਾਨ, ਕਿੰਨੇ ਕੁ ਦਿਨ ਮਹਾਰਾਜ ਜੀ ਨੇ ਇੱਥੇ ਬਿਤਾਉਣ ਵਾਸਤੇ, ਕਿੰਨਾ ਕੁ ਸਮਾਂ ਰਹਿਣ ਵਾਸਤੇ ਡੇਰਾ ਲਾਇਆ ਹੈ। ਪਟਨਾ ਨਗਰ ਜਾਨ ਕੈ ਦੀਰਗ, ਇਹ ਵੱਡਾ ਨਗਰ ਜਾਣ ਕਰਕੇ, ਕਿਉਂਕਿ ਪਟਨਾ ਸ਼ਹਿਰ ਬਹੁਤ ਵੱਡਾ ਸ਼ਹਿਰ ਹੈ, ਬਿਹਾਰ ਦੀ ਰਾਜਧਾਨੀ ਹੈ। ਜਿਹੜੀ ਬਿਹਾਰ ਸਟੇਟ ਹੈ ਨਾ, ਜਿਵੇਂ ਸਾਡੀ ਪੰਜਾਬ ਸਟੇਟ ਚੰਡੀਗੜ੍ਹ ਦੀ ਰਾਜਧਾਨੀ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਬਿਹਾਰ ਦੀ ਰਾਜਧਾਨੀ ਪਟਨਾ ਸ਼ਹਿਰ ਹੈ। ਪਟਨ ਨਾਮ ਵੱਡੇ ਸ਼ਹਿਰ ਦਾ ਹੁੰਦਾ ਹੈ ਤੇ ਸ਼ਾਇਦ ਉਹਨਾਂ ਸਮਿਆਂ ਵਿੱਚ ਪਟਨੇ ਸਟੇਟ ਦੇ ਵਿੱਚ ਸਭ ਤੋਂ ਵੱਡਾ ਸ਼ਹਿਰ ਪਟਨਾ ਸੀ। ਇਸ ਕਰਕੇ ਇਸ ਦਾ ਨਾਮ ਹੀ
ਬਿਸਵੰਬਰਪੁਰ ਤੋਂ ਪਾਕ ਪੱਟਣ ਤੋਂ ਫਿਰ ਪਟਨਾ ਸਾਹਿਬ ਪੈ ਗਿਆ, ਪਟਨਾ ਸ਼ਹਿਰ ਪੈ ਗਿਆ। ਜਿਵੇਂ ਬਾਣੀ ਵਿੱਚ ਬਚਨ ਆਉਂਦੇ ਹਾਟ ਪੱਟਣ ਬਿਜ ਮੰਦਰ, ਇਸ ਤਰ੍ਹਾਂ ਦੇ ਬਚਨ ਆਉਂਦੇ ਨੇ। ਤੋ ਇਹ ਬੜਾ ਵੱਡਾ ਦੀਰਘ ਵੱਡਾ ਸ਼ਹਿਰ ਹੈ ਪਟਨਾ ਜਿਹੜਾ ਹੈ। ਬਸੇ ਹੀਰ ਕਰ ਸੁੰਦਰ ਥਾਨ। ਮਹਾਰਾਜ ਜੀ ਵਸੇ ਹਨ ਸੁੰਦਰ ਜਗ੍ਹਾ ਵੇਖ ਕਰਕੇ। ਕਰਹਿ ਉਦਾਹਰਨ ਅਦਕ ਨਰਨ। ਬਹੁਤ ਸਾਰੇ ਜੀਵਾਂ ਦਾ, ਮਨੁੱਖਾਂ ਦਾ, ਜੋ ਵੀ ਸਤਿਗੁਰਾਂ ਦੇ ਕੋਲ ਆਉਂਦੇ ਨੇ ਉਧਾਰ ਕਰ ਰਹੇ ਨੇ। ਪਤਤ ਉਦਾਹਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ। ਜੋ ਸੇਵੈ ਉਰ ਸ਼ਰਧਾ ਠਾਨ। ਜਿਹੜੇ ਹਿਰਦੇ ਵਿੱਚ ਸਿਦਕ ਸਰਧਾ ਭਾਵਨਾ ਧਾਰ ਕੇ ਮਹਾਰਾਜ ਜੀ ਦੀ ਸੇਵਾ ਕਰਦੇ ਨੇ, ਮਹਾਰਾਜ ਜੀ ਉਹਨਾਂ ਦਾ ਉਧਾਰ ਕਰ ਰਹੇ ਹਨ ਜਗਤ ਤੋਂ। ਸ਼੍ਰੀ ਮੁਖ ਬਾਕ ਸਰਾਪ ਕੈ ਬਰਕੋ। ਜਗਤ ਉਦਾਹਰਨ ਸੇਈ ਆਏ ਜੋ ਜਨ ਦਰਸ ਪਿਆਸਾ। ਤੋ ਜਗਤ ਦਾ ਉਧਾਰ ਕਰਨ ਹਿਤ ਹੀ ਤਾਂ ਮਹਾਰਾਜ ਜੀ ਨੇ ਆਪਣਾ ਇਹ ਸਰੂਪ ਜਿਹੜਾ ਧਾਰਿਆ ਹੈ। ਤੋ ਕਹਿੰਦੇ ਹਨ ਕਿ ਮਹਾਰਾਜ ਜੀ ਮੁਖ ਵਿੱਚੋਂ ਜੋ ਵੀ ਬਚਨ ਕਰਦੇ ਨੇ ਸਹਿਜ ਸੁਭਾਵਕ, ਭਾਵੇਂ ਉਹ ਕੋਈ ਕਿਸੇ ਦੀ ਨਾਰਾਜ਼ਗੀ ਦਾ ਬਚਨ ਹੋਵੇ ਕਿਸੇ ਤੇ ਜਾਂ ਕਿਸੇ ਨੂੰ ਵਰ ਦੇਣ ਵਾਲਾ ਬਚਨ ਹੋਵੇ, ਫੁਰਹਿ ਤੁਰਤ ਪਿਖ ਨਰ ਪੈ ਮਾਨ। ਉਹ ਬਚਨ ਸਤਿਗੁਰਾਂ ਦਾ ਝੱਟ ਪੂਰਾ ਹੋ ਜਾਂਦਾ ਹੈ। ਤਤਕਾਲ ਹੀ ਜੋ ਵੀ ਬਚਨ ਮੁਖ ਵਿੱਚੋਂ ਕਰ ਦਿੰਦੇ ਨੇ ਉਹ ਬਚਨ ਝੱਟ ਪੂਰਾ ਹੋ ਜਾਂਦਾ। ਇਸ ਕਰਕੇ ਪਟਨਾ ਸਾਹਿਬ ਦੀਆਂ ਸੰਗਤਾਂ, ਸਿੱਖ, ਮਨੁੱਖ, ਇਸਤਰੀਆਂ ਬੜਾ ਡਰ ਮੰਨਦੀਆਂ ਨੇ ਕਿਤੇ ਸਾਡੇ ਕੋਲੋਂ ਕੋਈ ਅਵੱਗਿਆ ਨਾ ਹੋ ਜਾਵੇ। ਮਹਾਰਾਜ ਜੀ ਦੀ ਭੈ ਵਿੱਚ ਰਹਿੰਦੇ ਹਨ ਸਾਰੇ ਹੀ। ਜਥਾ ਹੁਤਾ ਸਨ ਅਦਕ ਜੁਲਤ ਹੋਏ। ਕਵੀ ਜੀ ਕਹਿੰਦੇ ਜਿਵੇਂ ਬੜੀ ਲਟਾ ਲਟ ਪਰ ਜੁਲਤ ਅਗਨੀ ਬਲ ਰਹੀ ਹੋਵੇ। ਨਿਜ ਤਨ ਕੋ ਨਹਿ ਚਹਿਤ ਛੁਵਾਏ। ਕਿਹੜਾ ਉਹਦੇ ਕੋਲ ਗਾਂਹ ਹੋ ਕਰਕੇ ਆਪਣਾ ਸਰੀਰ ਜਾਂ ਸਰੀਰ ਦਾ ਅੰਗ ਉਹਦੇ ਕੋਲ ਕਰਨਾ ਚਾਹੁੰਦਾ ਹੈ। ਜਿਵੇਂ ਕੋਈ ਨਹੀਂ ਚਾਹੁੰਦਾ ਕਿ ਮੈਂ ਆਪਣੇ ਅੰਗ ਸੁਹਾਵਾਂ ਅੱਗ ਦੇ ਵਿੱਚ, ਸਭ ਡਰਦੇ ਹਨ। ਤਥਾ ਅਵਗਿਆ ਤੇ ਭੈ ਮਨ ਹੈ। ਇਸ ਤਰ੍ਹਾਂ ਸਭ ਕੋਈ ਭੈ ਮੰਨਦਾ ਹੈ ਕਿ ਭਾਈ ਜੋ ਵੀ ਬਚਨ ਕਰਦੇ ਨੇ ਵਰ ਦਾ ਕਰਨ ਜਾਂ ਸਰਾਪ ਦਾ, ਨਾਰਾਜ਼ਗੀ ਦਾ, ਝੱਟ ਪੂਰਾ ਹੋ ਜਾਂਦਾ ਹੈ। ਇਸ ਤਰ੍ਹਾਂ ਕੋਈ ਅਵਗਿਆ ਨਾ ਕਰੋ, ਕੋਈ ਅਵਗਿਆ ਦਾ ਕਿਸੇ ਤਰ੍ਹਾਂ ਦਾ ਬਚਨ ਨਾ ਕਰੋ। ਸਭ ਕੋਈ ਡਰਦੇ ਹੋਏ ਭੈ ਮੰਨਦੇ ਹਨ। ਨਹਿ ਵਿਪਰੈ ਕਬ ਮਨ ਮੈਂ ਲਿਆਏ। ਕਦੇ ਵੀ ਵਿਪਰੈ ਉਲਟ ਬਚਨ ਮਨ ਵਿੱਚ ਵੀ ਨਹੀਂ ਲਿਆਉਂਦੇ, ਫੁਰਨਾ ਵੀ ਨਹੀਂ ਕਰਦੇ। ਮਹਾਰਾਜ ਦੇ ਵਿਰੋਧ ਵਿੱਚ ਕੋਈ ਫੁਰਨਾ ਤੱਕ ਵੀ ਨਹੀਂ ਕਰਦੇ ਡਰਦੇ ਹੋਏ। ਅੱਜ ਤਾਂ ਡਰ ਹੀ ਕੋਈ ਨਹੀਂ, ਸਰੇਆਮ ਨਿੰਦਿਆ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ। ਇਸ ਤਰ੍ਹਾਂ ਦੇ ਵੀ ਨਾਸਤਿਕ ਪੈਦਾ ਹੋ ਗਏ ਸਾਧ ਸੰਗਤ ਜੀ। ਇਤਿਹਾਸ ਤੇ ਵੀ, ਗੁਰੂ ਕੀ ਬਾਣੀ ਤੇ ਵੀ ਕੀ ਕੁਝ ਕਰੀ ਜਾ ਰਹੇ ਨੇ। ਪਰ ਦੇਖ ਲਓ ਜਿੰਨੀ ਵੀ ਸੰਗਤ ਪਟਨੇ ਵਿੱਚ ਰਹਿੰਦੀ ਹੈ ਬੜਾ ਡਰ ਹੈ, ਭੈ ਹੈ। ਮੁੱਖ ਵਿੱਚੋਂ ਤਾਂ ਕੀ ਕਹਿਣਾ, ਅੰਦਰ ਫੁਰਨਾ ਤੱਕ ਨਹੀਂ ਲਿਆਉਂਦੇ ਕਿ ਕੋਈ ਫੁਰਨਾ ਆ ਗਿਆ ਮਾੜਾ ਤਾਂ ਵੀ ਭਾਈ ਸਾਡੇ ਕੋਲੋਂ ਅਵਗਿਆ ਨਾ ਹੋ ਜਾਵੇ ਕੋਈ। ਦੇ ਉਪਾਇ ਨ ਠਾਨਹਿ ਸੇਵਾ। ਭੇਟਾ ਦੇ ਦੇ ਕੇ ਨਾ ਤੇ ਮਹਾਰਾਜ ਜੀ ਦੀ ਸੇਵਾ ਕਰਦੇ ਹਨ। ਕਰਹਿ ਪ੍ਰਸੀਦਨ ਚਰਨ ਮਨਾਏ। ਬੜੇ ਮਹਾਰਾਜ ਜੀ ਦੇ ਆਨੰਦ ਸਹਿਤ ਹੋ ਕੇ ਚਰਨਾਂ ਨੂੰ ਪੂਜਦੇ ਨੇ ਤੇ ਸਤਿਗੁਰਾਂ ਨੂੰ ਪ੍ਰਸੀਦੇ ਪ੍ਰਸੰਨ ਕਰਦੇ ਹਨ। ਮਨ ਵਾਂਛਿਤ ਨਰ ਲਹਿ ਪਦਾਰਥ। ਮਨ ਇੱਛਤ ਪਦਾਰਥ ਸਭ ਮਨੁੱਖ ਸੇਵਾ ਕਰਕੇ ਪ੍ਰਾਪਤ ਕਰ ਰਹੇ ਨੇ। ਕਹਿਤ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਜੋ ਵੀ ਕਿਸੇ ਦੀ ਇੱਛਾ ਹੈ ਉਸ ਨੂੰ ਪ੍ਰਾਪਤੀ ਹੋ ਰਹੀ ਹੈ। ਜਹ ਕਹਿ ਸੋ ਜਸ ਮਹਿਦ ਬਿਦਤਾਏ। ਸ੍ਰੇਸ਼ਟ ਵਡਿਆਈ ਜੈਸ ਵੱਡੀ ਮਹਾਰਾਜ ਜੀ ਦੀ ਜਿੱਥੇ ਕਿੱਥੇ ਫੈਲ ਰਹੀ ਹੈ। ਰਾਉ ਰੰਕ ਮੂਰਖ ਅਰ ਪੰਡਤ। ਕਹਿੰਦੇ ਭਾਵੇਂ ਕੋਈ ਰਾਉ ਰਾਜਾ ਹੋਵੇ, ਗਰੀਬ ਹੋਵੇ, ਕੰਗਾਲ ਹੋਵੇ, ਮੂਰਖ ਹੋਵੇ ਜਾਂ ਪੰਡਤ ਹੋਵੇ, ਸਿਆਣਾ ਵਿਦਵਾਨ, ਚਾਰੋ ਵਰਨ ਤੁਰਕ ਅਰ ਹਿੰਦ। ਚਾਰੇ ਵਰਨਾਂ ਦੇ ਲੋਕ, ਖੱਤਰੀ, ਬ੍ਰਾਹਮਣ, ਸੂਦਰ, ਵੈਸ, ਕੋਈ ਤੁਰਕ ਹੋਵੇ ਜਾਂ ਕੋਈ ਹਿੰਦੂ ਹੋਵੇ, ਪਟਨੇ ਦੇ ਰਹਿਣ ਵਾਲਾ। ਸਾਧ ਅਨੇਕ ਅਨੇਕ ਭੇਖ ਕੇ। ਇਸ ਤਰ੍ਹਾਂ ਸਾਧੂ ਅਨੇਕਾਂ ਤਰ੍ਹਾਂ ਦੇ, ਸੰਤ ਸਮੂਹ ਅਨੇਕ ਮਤੀ ਕੇ, ਕੋਈ ਨਿਰਮਲੇ, ਕੋਈ ਉਦਾਸੀ, ਕੋਈ ਬਰਾਗੀ, ਕੋਈ ਸਾਧ ਸੰਗਤ ਜੀ, ਸੰਨਿਆਸੀ ਆਦਿਕ, ਕੋਈ ਬ੍ਰਹਮਚਾਰੀ,
ਇਹ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਮਤਾਂ ਦੇ ਜਿਤਨੇ ਵੀ ਸਾਧੂ ਨੇ, ਜਹ ਕਹਿ ਮਿਲੈ ਹੋਏ ਨਰ ਬ੍ਰਿੰਦ। ਜਿੱਥੇ ਕਿੱਥੇ ਵੀ ਬਹੁਤ ਸਾਰੇ ਲੋਕ ਸਾਧੂ ਸੰਤ ਇਕੱਠੇ ਹੋ ਕਰਕੇ ਮਿਲਦੇ ਹਨ, ਸਤ ਵਾਕ ਪਤਿਆਵਹਿ ਕੇਤਕ। ਉਹ ਸਭ ਇਹੋ ਹੀ ਗੱਲਾਂ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੋ ਮੁਖ ਵਿੱਚੋਂ ਕਹਿ ਦੇਣ ਉਹ ਸਤ ਬਾਕ ਨੇ, ਸੱਚੇ ਬਾਕ ਨੇ। ਉਹਨਾਂ ਦੇ ਭਾਈ ਵਿਅਰਥ ਨਹੀਂ ਜਾਂਦੇ। ਇਸ ਕਰਕੇ ਸਾਧੂ ਵੀ ਡਰਦੇ ਨੇ, ਸੰਤ ਵੀ ਡਰਦੇ ਨੇ, ਹਿੰਦੂ ਵੀ ਡਰਦੇ ਨੇ, ਤੁਰਕ ਵੀ ਡਰਦੇ ਨੇ। ਜੋ ਕੋਈ ਵੀ ਉੱਥੇ ਰਹਿੰਦਾ ਹੈ ਨਾ, ਸਭ ਕੋਈ ਆਪਸ ਵਿੱਚ ਮਿਲ ਕੇ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਭਾਈ ਅਸੀਂ ਪਤਿਆ ਕੇ ਦੇਖਿਆ ਕਿ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਵੀ ਬੋਲ ਮੁਖ ਵਿੱਚੋਂ ਕੱਢ ਦੇਣ ਉਹ ਸੱਚ ਹੋ ਜਾਂਦੇ ਨੇ। ਸਤ ਬਚਨ ਸਾਧੂ ਉਪਦੇਸ਼, ਤੇ ਸਤ ਬਚਨ ਉਹਦੇ ਹੁੰਦੇ ਨੇ ਸਾਧ ਸੰਗਤ ਜੀ ਜਿਹਨੇ ਜ਼ਿੰਦਗੀ 'ਚ ਕਦੇ ਝੂਠ ਨਾ ਬੋਲਿਆ ਹੋਵੇ। ਰੰਚਕ ਮਾਤਰ ਵੀ ਥੋੜਾ ਜਿੰਨਾ, ਰਾਈ ਦੇ ਦਾਣੇ ਜਿੰਨਾ ਵੀ ਬੋਲੇ ਸਾਚ, ਮਿਥਿਆ ਨਹੀਂ ਰਾਈ, ਚਾਲੇ ਗੁਰਮੁਖ ਹੁਕਮ ਰਜਾਈ। ਰਾਈ ਮਾਤਰ ਵੀ ਮਿਥਿਆ ਨਾ ਕਿਹਾ ਹੋਵੇ, ਜ਼ਿੰਦਗੀ ਵਿੱਚ ਸੱਚ ਹੀ ਬੋਲਿਆ ਹੋਵੇ। ਤੇ ਦੂਸਰਾ ਆਚਰਨ ਬੜਾ ਉੱਚਾ ਤੇ ਸੁੱਚਾ ਰੱਖਿਆ ਹੋਵੇ, ਤੇ ਰਸਨਾ ਤੇ ਹਰ ਵੇਲੇ ਪ੍ਰਭੂ ਦਾ ਨਿਵਾਸ ਗੁਰਬਾਣੀ ਗੁਰੂ ਸ਼ਬਦ ਹੋਵੇ। ਉਹਦੀ ਰਸਨਾ ਤੋਂ ਨਿਕਲੇ ਹੋਏ ਬਚਨ ਸਤ ਹੁੰਦੇ ਨੇ। ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਐਸੀ ਰਸਨਾ ਤੇ, ਐਸੀ ਸੰਤ ਦੀ ਰਸਨਾ ਤੇ ਪ੍ਰਭੂ ਵਾਸਾ ਕਰਦਾ ਹੈ, ਉਹਦੇ ਬਚਨਾਂ ਨੂੰ ਅਟਲ ਕਰਦਾ ਹੈ। ਤੋ ਸਭ ਕੋਈ ਕਹਿ ਰਿਹਾ ਹੈ, ਜਿਵੇਂ ਸੁਖਮਨੀ ਸਾਹਿਬ ਵਿੱਚ ਵੀ ਆਪਾਂ ਪੜ੍ਹਦੇ ਹਾਂ ਨਾ, ਮਿਥਿਆ ਨਾਹੀ ਰਸਨਾ ਪਰਸ। ਕਿਹਦੇ ਬਚਨ ਅਟਲ ਨੇ? ਜਿਹਦੀ ਰਸਨਾ ਤੇ ਕਦੀ ਮਿਥਿਆ ਨਹੀਂ ਪਰਸਿਆ, ਝੂਠ ਨਹੀਂ ਆਇਆ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਦੂਸਰਾ ਗੁਣ ਇਹ। ਪਰ ਤ੍ਰੈ ਰੂਪ ਨਾ ਪੇਖੈ ਨੇਤਰ, ਤੀਸਰਾ ਗੁਣ ਇਹ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂ ਦੀ ਟਹਿਲ ਤੇ ਸੰਤਾਂ ਦੀ ਸੰਗਤ ਨਾਲ ਪ੍ਰੇਮ, ਚੌਥਾ ਗੁਣ ਇਹ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਹਰ ਤਰ੍ਹਾਂ ਦੀ ਵਿਖਿਆ ਨੂੰ, ਵਿਸ਼ਿਆ ਵਿਕਾਰਾਂ ਨੂੰ, ਵਾਸਨਾਵਾਂ ਨੂੰ ਦੂਰ ਕੀਤਾ ਗੁਰੂ ਦੀ ਕਿਰਪਾ ਨਾਲ। ਜਿਹਨੇ ਮਨ ਕੀ ਵਾਸਨਾ ਮਨ ਤੇ ਟਰੈ, ਯਤਨ ਕਰਕੇ ਮਨ ਦੀਆਂ ਵਾਸਨਾਵਾਂ ਨੂੰ ਟਾਲ ਦਿੱਤਾ, ਇੰਦਰੀਆਂ ਦੇ ਉੱਪਰ ਕਾਬੂ ਪਾ ਲਿਆ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਪੰਜਾਂ ਵਿਸ਼ਿਆਂ ਵਿਕਾਰਾਂ, ਪੰਜ ਵਾਸਨਾਵਾਂ ਤੋਂ ਇੰਦਰੀ ਨੂੰ ਜਿੱਤ ਲਿਆ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ। ਨਾਨਕ ਕੋਟ ਮੱਧੇ ਕੋ ਐਸਾ ਅਪਰਸ, ਕਰੋੜਾਂ ਵਿੱਚੋਂ ਕੋਈ ਇੱਕ ਅੱਧਾ, ਬਹੁਤੇ ਨਹੀਂ ਹੁੰਦੇ ਇਸ ਤਰ੍ਹਾਂ ਦੇ। ਤੇ ਜਿਹੜਾ ਇਸ ਤਰ੍ਹਾਂ ਦਾ ਹੁੰਦਾ, ਉਹ ਜਿਹੜਾ ਵੀ ਬਚਨ ਕਰਦਾ ਹੈ ਨਾ, ਉਹਦਾ ਬਚਨ ਅਟਲ ਹੈ ਭਾਈ। ਉਹਦਾ ਬਚਨ ਫਿਰ ਪ੍ਰਭੂ ਨੂੰ ਵੀ ਮੰਨਣਾ ਪੈਂਦਾ ਹੈ। ਤੋ ਕਹਿ ਰਹੇ ਭਾਈ ਅਸੀਂ ਪਤਿਆ ਕੇ ਦੇਖਿਆ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਮੁਖ ਵਿੱਚੋਂ ਕਹਿਣ, ਉਹਨਾਂ ਦੇ ਬਚਨ ਵਾਰ ਸਰਾਪ ਦੇ ਸੱਚੇ ਹੁੰਦੇ ਹਨ। ਕਰਾਮਾਤ ਮਹਿ ਲਖੈ ਬਿਲੰਦ, ਬੜੀ ਭਾਰੀ ਕਰਾਮਾਤ ਦੇ ਵਿੱਚ ਹਨ। ਬੜੀਆਂ ਕਰਾਮਾਤਾਂ ਦੇ ਮਾਲਕ, ਜਾਣਨਾ ਕਰੋ ਇਹਨਾਂ ਨੂੰ। ਅੰਬਰ ਪਸਮੰਬਰ ਪਾਟੰਬਰ ਅਰਪ ਹੈ, ਇਸ ਕਰਕੇ ਕੋਈ ਰੇਸ਼ਮੀ, ਕੋਈ ਸੂਤੀ, ਕੋਈ ਪਸ਼ਮੀਨੇ ਦੇ ਵਸਤਰ ਮਹਾਰਾਜ ਜੀ ਨੂੰ ਲਿਆ ਕੇ ਅਰਪਦਾ ਹੈ। ਦਰਬ ਮਨਾਏ ਮੁਕੰਦ, ਅਰਪ ਹੈ ਦਰਬ ਮਨਾਏ ਮੁਕੰਦ। ਮੁਕਤੀ ਦਾਤੇ ਸਤਿਗੁਰਾਂ ਦੇ ਚਰਨਾਂ ਤੇ ਧਨ ਵੀ ਲਿਆ ਕੇ ਅਰਪਦੀਆਂ ਹਨ ਸੰਗਤਾਂ। ਜੇ ਸ਼ਰਧਾ ਧਰ ਹੋਏ ਮੁਮੁਖੂ, ਜਿਹਦੇ ਅੰਦਰ ਮੋਖ ਇੱਛਾ ਦੀ ਭਾਵਨਾ ਹੈ, ਜਿਹੜੇ ਸਰਧਾ ਧਾਰ ਕੇ ਚਾਹੁੰਦੇ ਨੇ ਕਿ ਸਾਨੂੰ ਮੁਕਤੀ ਮਿਲੇ। ਇਹ ਅਧਿਕਾਰੀ ਵੱਖੋ ਵੱਖ ਤਰ੍ਹਾਂ ਦੇ ਹੁੰਦੇ ਨੇ। ਕੋਈ ਸੁੱਤ ਬਿੱਤ ਲੋਕ ਈਖਣਾ ਤੀਨੀ, ਕੋਈ ਕਹਿੰਦਾ ਮੈਨੂੰ ਸਪੁੱਤਰ ਚਾਹੀਦਾ ਹੈ, ਕੋਈ ਕਹਿੰਦਾ ਮੈਨੂੰ ਬਿੱਤ ਧਨ ਚਾਹੀਦਾ ਹੈ, ਤੇ ਕੋਈ ਕਹਿੰਦਾ ਮੈਨੂੰ ਜਾਇਦਾਦ ਚਾਹੀਦੀ, ਮੇਰਾ ਕਾਰੋਬਾਰ। ਕੋਈ ਮੋਖ ਇੱਛਾ ਵਾਲਾ, ਮੁਕਤੀ ਦੀ ਇੱਛਾ। ਇਹ ਕੋਈ ਬਿਰਲਾ ਹੁੰਦਾ ਹੈ ਜਿਹੜਾ ਮੋਖ ਦੀ ਇੱਛਾ ਕਰੇ ਕਿ ਮੁਕਤੀ ਚਾਹੀਦੀ ਹੈ। ਮਹਾਰਾਜ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ।
ਤੋ ਜਿਹੜਾ ਇਸ ਤਰ੍ਹਾਂ ਦੀ ਇੱਛਾ ਵਾਲਾ ਅਧਿਕਾਰੀ ਹੈ ਉਹਨੂੰ ਮਹਾਰਾਜ ਮੋਖ ਦਿੰਦੇ ਹਨ। ਉਪਦੇਸਹਿ ਦੇ ਆਤਮ ਗਿਆਨ। ਜਿਹੜਾ ਮੋਖ ਇੱਛਾ ਵਾਲਾ ਅਧਿਕਾਰੀ ਹੈ, ਕਿਉਂਕਿ 4 ਸਾਧਨ ਹੁੰਦੇ ਨੇ, ਸਮ ਦਮ ਖਟ ਸੰਪਤੀ ਵਿਰਾਗ ਵਿਵੇਕ ਆਦਿਕ। ਤੋ ਕੋਈ ਵਿਰਾਗ ਦੀ ਪ੍ਰਾਪਤੀ ਵਾਲਾ, ਕੋਈ ਵਿਵੇਕ ਦੀ ਪ੍ਰਾਪਤੀ ਵਾਲਾ, ਕੋਈ ਸਮ ਦਮ ਮਹਾਰਾਜ ਮੇਰਾ ਮਨ ਵਸ ਵਿੱਚ ਆ ਜਾਵੇ, ਕੋਈ ਇੰਦਰੇ, ਤੇ ਕੋਈ ਮੋਖ ਇੱਛਾ ਕਿ ਮੈਨੂੰ ਮੁਕਤੀ ਚਾਹੀਦੀ ਹੈ। ਤੋ ਮਹਾਰਾਜ ਜੀ ਉਹਨੂੰ ਗਿਆਨ ਦਾ ਉਪਦੇਸ਼ ਦਿੰਦੇ ਹਨ। ਜਿਸ ਤਰ੍ਹਾਂ ਦਾ ਅਧਿਕਾਰੀ ਉਵੇਂ ਜਾਣ ਕਰਕੇ ਆਤਮ ਗਿਆਨ ਦੇ ਦਿੰਦੇ ਹਨ। ਜੇ ਉਪਾਸਨਾ ਕੇ ਅਧਿਕਾਰੀ। ਜਿਹੜੇ ਉਪਾਸਨਾ ਦੇ ਅਧਿਕਾਰੀ ਨੇ, ਮਲ ਵਿਖੇਪ ਤੇ ਅਵਰਨ 3 ਤਰ੍ਹਾਂ ਦੀਆਂ ਮੈਲਾਂ ਹੁੰਦੀਆਂ ਨੇ ਸਾਧ ਸੰਗਤ ਜੀ। ਇੱਕ ਮੈਲ ਪਾਪਾਂ ਦੀ ਹੁੰਦੀ ਹੈ, ਪੂਰਬਲੇ ਕਰਮਾਂ ਦੇ ਪਾਪਾਂ ਦੀ। ਇੱਕ ਮੈਲ ਐਸ ਜਨਮ ਦੇ ਪਾਪਾਂ ਦੀ ਹੁੰਦੀ ਹੈ, ਤੇ ਇੱਕ ਮਨ ਦੀ ਚੰਚਲਤਾ ਦੀ, ਵਿਕਾਰਾਂ ਵਾਸਨਾਵਾਂ ਦੀ ਮੈਲ ਹੁੰਦੀ ਹੈ। ਇਹ ਵੱਖੋ ਵੱਖ ਤਰ੍ਹਾਂ ਦੀਆਂ ਮੈਲਾਂ ਮਨ ਨੂੰ ਲੱਗੀਆਂ ਹੁੰਦੀਆਂ ਨੇ। ਉਹਨੂੰ ਵਿਦਵਾਨਾਂ ਨੇ ਮਲ ਵਿਖੇਪ ਤੇ ਅਵਰਨ, ਅਵਰਨ ਇਸ ਤਰ੍ਹਾਂ ਕਹਿ ਲਈਏ ਜਿਵੇਂ ਬਲਬ ਜਗਦਾ ਹੋਵੇ ਤੇ ਉਹਦੇ ਤੇ ਪਰਦਾ ਪਾ ਦਈਏ, ਢੱਕ ਦਈਏ ਉਹਨੂੰ ਬਿਲਕੁਲ ਹੀ, ਤਾਂ ਲਾਈਟ ਐਵੇਂ ਲੱਗਦੀ ਜਿਵੇਂ ਉਹ ਬਲਬ ਜਗਦਾ ਹੀ ਨਹੀਂ, ਹਨੇਰਾ ਹੋ ਜਾਂਦਾ ਹੈ। ਇਸ ਤਰ੍ਹਾਂ ਹੈ ਤਾਂ ਸਾਡੇ ਅੰਦਰ ਪ੍ਰਮਾਤਮਾ ਜ਼ਰੂਰ ਹੈ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਵ ਨਾ ਬੁਝੈ ਗਵਾਰੀ। ਪਰ ਅਵਰਨ ਦਾ, ਅਗਿਆਨ ਦਾ ਐਸਾ ਪੜਦਾ ਪਿਆ ਹੈ, ਬੰਦਾ ਕਹਿੰਦਾ ਆਹ ਜੱਗ ਮਿੱਠਾ, ਅਗਲਾ ਕਿਨ ਡਿੱਠਾ, ਖਾਓ ਪੀਓ ਹੰਡਾਓ ਭਾਈ, ਆਹ ਸਰੀਰ ਦੇ ਸੁੱਖ ਹੀ ਸਾਰੇ ਸੁੱਖ ਨੇ। ਇਸ ਕਰਕੇ ਬੰਦਾ ਗੁਰੂ ਨੂੰ ਭੁੱਲ ਜਾਂਦਾ, ਪਰਮੇਸ਼ਰ ਨੂੰ ਭੁੱਲ ਜਾਂਦਾ। ਇਹ ਵੱਡਾ ਪੜਦਾ ਹੈ ਬੰਦੇ ਦੇ ਮਨ ਦੇ ਵਿੱਚ, ਬੜਾ ਵੱਡਾ ਭਰਮ ਹੈ, ਅਵਰਨ ਹੈ। ਤੋ ਇਸ ਕਰਕੇ ਉਪਾਸਨਾ ਜਿਹੜੀ ਹੈ ਇਹ ਮਨ ਦੀ ਮੈਲ ਨੂੰ ਦੂਰ ਕਰਦੀ ਹੈ। ਉਪਾਸਨਾ ਵੀ ਵਿਦਵਾਨ ਪੁਰਖਾਂ ਨੇ ਕਈ ਤਰ੍ਹਾਂ ਦੀ ਕਥਨ ਕੀਤੀ ਹੈ। ਕਰਮ ਉਪਾਸਨਾ, ਪ੍ਰਤੀਕ ਉਪਾਸਨਾ, ਸੰਪਤ ਉਪਾਸਨਾ। ਕਰਮ ਉਪਾਸਨਾ ਹੁੰਦੀ ਹੈ ਜਿਵੇਂ ਝਾੜੂ ਫੇਰਨਾ, ਤੋ ਭਾਂਡੇ ਮਾਂਜਣੇ ਝੂਠੇ ਸਾਧ ਸੰਗਤ ਜੀ। ਇਸ ਤਰ੍ਹਾਂ ਦਰੀਆਂ ਵਿਛਾਉਣੀਆਂ, ਤੱਪੜ ਝਾੜਨੇ, ਤੱਪੜ ਝਾੜ ਵਿਛਾਏ, ਧੂੜੀ ਨਹਾਇਆ, ਲੰਗਰ ਵਰਤਾਉਣਾ। ਤੋ ਇਹ ਕਰਮ ਉਪਾਸਨਾ ਹੈ। ਇਹਦੇ ਨਾਲ ਮਨ ਦੀ ਮੈਲ ਜਿਹੜੀ ਹੈ ਨਾ ਉਹ ਦੂਰ ਹੁੰਦੀ ਹੈ, ਪਾਪਾਂ ਦੀ ਮੈਲ। ਗੁਰਸੇਵਾ ਮਨ ਨਿਰਮਲ ਕਰਤੀ, ਨਿਰਮਲ ਮਨ ਤੇ ਗਿਆਨ। ਤੇ ਜਿਹੜੀ ਪ੍ਰਤੀਕ ਉਪਾਸਨਾ ਹੁੰਦੀ ਹੈ, ਜਿਵੇਂ ਰਾਮਾਨੰਦ ਬਰਾਗੀ ਜਿਨ੍ਹਾਂ ਦਾ ਸ਼ਬਦ ਹੈ, ਉਹ ਪਹਿਲਾਂ ਪ੍ਰਤੀਕ ਉਪਾਸਨਾ ਪ੍ਰਭੂ ਦੀ ਕਰਿਆ ਕਰਦੇ। ਭਗਵਾਨ ਵਿਸ਼ਨੂੰ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਿਆ ਕਰਦੇ ਸਨ। ਕੋਈ ਮੂਰਤੀ ਭਗਵਾਨ ਦੀ ਬਣਾ ਕਰਕੇ ਪ੍ਰਤੱਖ ਸਾਹਮਣੇ ਹੋ ਕੇ ਉਹਦੀ ਪੂਜਾ ਕਰਨੀ, ਉਹਨੂੰ ਭੋਗ ਲਵਾਉਣਾ, ਉਹਦੇ ਗਲ ਦੇ ਵਿੱਚ ਕੰਠੀ ਪਾਉਣੀ, ਮਾਲਾ ਪਾਉਣੀ। ਇਸ ਤਰ੍ਹਾਂ ਸਾਧ ਸੰਗਤ ਜੀ ਧੂਫ ਦਿਖਾਉਣੇ, ਇਹਨੂੰ ਪ੍ਰਤੀਕ ਉਪਾਸਨਾ ਕਹਿੰਦੇ ਨੇ। ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਰਦੇ ਹਾਂ, ਮਹਾਰਾਜ ਜੀ ਨੂੰ ਰੁਮਾਲੇ ਅਰਪਣ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥੜਾ ਸਾਹਿਬ ਕੋਈ ਦੁੱਧ ਦੇ ਨਾਲ ਧੋਂਦਾ ਹੈ, ਕੋਈ ਕਿਸੇ ਤਰ੍ਹਾਂ। ਤੋ ਇਹ ਸਾਰੀ ਸੇਵਾ ਜਿਹੜੀ ਹੈ ਇਹ ਪ੍ਰਤੱਖ ਆਪਣੇ ਸਤਿਗੁਰੂ ਨੂੰ ਪਰਮੇਸ਼ਰ ਜਾਣ ਕੇ ਉਪਾਸਨਾ ਪੂਜਾ ਕਰਨੀ, ਇਹਨੂੰ ਪ੍ਰਤੀਕ ਉਪਾਸਨਾ ਕਹਿੰਦੇ ਨੇ। ਮਹਾਰਾਜ ਨੂੰ ਲੰਗਰ ਲਿਆ ਕੇ ਭੋਗ ਲਵਾਉਣਾ, ਕੜਾਹ ਪ੍ਰਸਾਦ ਦੀ ਦੇਗ ਚੜਾਉਣੀ, ਤੋ ਉਹਨੂੰ ਵੀ ਭੋਗ ਲਵਾਉਣਾ, ਇਹ ਸਭ ਪ੍ਰਤੀਕ ਉਪਾਸਨਾ ਦੇ ਵਿੱਚ ਆ ਜਾਂਦਾ ਹੈ। ਤੇ ਸੰਪਤ ਉਪਾਸਨਾ ਜਿਹੜੀ ਹੁੰਦੀ ਹੈ ਨਾ, ਇਹ ਨਿਰਗੁਣ ਦੀ ਭਗਤੀ ਹੁੰਦੀ ਹੈ ਸਾਧ ਸੰਗਤ ਜੀ। ਸੰਪਤ ਉਪਾਸਨਾ ਜਿਵੇਂ ਭਾਈ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਸਿੱਖ ਹੋਇਆ ਹੈ ਭਾਈ ਪਾਰੋ, ਉਹਦੇ ਅੰਦਰ ਹਿਰਦੇ ਵਿੱਚ ਜਾਪ ਚੱਲਣ ਲੱਗ ਪਿਆ ਤੇ ਉਹਨੇ ਫੇਰ ਕਿਹਾ ਮਹਾਰਾਜ ਹੋਰ ਕਿਰਪਾ ਕਰੋ। ਨਾਭੀ ਵਿੱਚ ਵੀ ਚੱਲਣ ਲੱਗ ਪਿਆ, ਜਿੰਨੇ ਰੋਮ ਸਾਰੇ ਜ਼ਬਾਨਾਂ ਬਣ ਗਈਆਂ, ਜਿੰਨੇ ਸਰੀਰ ਦੇ ਰੋਮ ਨੇ ਨਾ ਸਾਰੇ ਜ਼ਬਾਨਾਂ ਬਣ ਗਏ ਸਨ, ਤੇ ਰੋਮ ਰੋਮ ਦੇ ਵਿੱਚ ਜਾਪ ਚੱਲਣ ਲੱਗ ਪਿਆ ਸੀ। ਫਿਰ ਮਹਾਰਾਜ ਨੇ ਕਿਹਾ ਹੁਣ ਭਾਈ ਤੂੰ ਸਾਡੇ ਵਿੱਚ ਹੀ ਮਿਲ ਜਾ, ਇੱਕਮਿਕ ਹੋ ਜਾਈਏ ਆਪਾਂ, ਹੁਣ ਫਰਕ ਤਾਂ ਕੋਈ ਰਹਿ ਨਹੀਂ ਗਿਆ ਆਪਣੇ 'ਚ। ਇਹਨੂੰ ਸੰਪਤ ਉਪਾਸਨਾ ਕਹਿੰਦੇ ਨੇ ਸਾਧ ਸੰਗਤ ਜੀ। ਜਦੋਂ ਇੱਕਮਿਕ ਹੋ ਜਾਣਾ ਭਗਤੀ ਕਰਦਿਆਂ,
ਰਸਨਾ ਤੋਂ ਚੱਲਦਿਆਂ ਕੰਠ ਵਿੱਚ, ਕੰਠ ਤੋਂ ਹਿਰਦੇ ਵਿੱਚ, ਹਿਰਦੇ ਤੋਂ ਫਿਰ ਨਾਭੀ ਵਿੱਚ, ਨਾਭੀ ਤੋਂ ਰੋਮ ਰੋਮ ਦੇ ਵਿੱਚ, ਰੋਮ ਰੋਮ ਦੇ ਵਿੱਚੋਂ ਫਿਰ ਸਾਰੇ ਤੱਤਾਂ ਦੇ ਵਿੱਚ, ਸਾਰਿਆਂ ਜੀਵਾਂ ਦੇ ਵਿੱਚ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹਰ ਪਾਸੇ ਨਾਮ ਹੀ ਸੁਣਾਈ ਦੇਣਾ, ਨਾਮ ਤੋਂ ਬਿਨਾ ਹੋਰ ਕੁਝ ਵੀ ਸੁਣਨਾ ਨਾ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਵੇਖਣ ਤੇਤਾ ਧਿਆਨ। ਜਿੱਧਰ ਵੀ ਵੇਖਣਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੀ ਹੋਣੇ। ਇਹ ਸੰਪਤ ਉਪਾਸਨਾ ਫਿਰ ਇੱਕਮਿਕ ਅਵਸਥਾ ਵਿੱਚ ਹੀ ਮਿਲ ਜਾਂਦਾ ਹੈ ਉਹ ਪ੍ਰਭੂ ਦਾ ਪਿਆਰਾ। ਤੋ ਇਸ ਤਰ੍ਹਾਂ ਕਵੀ ਜੀ ਕਹਿ ਰਹੇ ਨੇ ਜਿਹੜੇ ਜਿਸ ਵੀ ਉਪਾਸਨਾ ਦੇ ਯੋਗ ਨੇ ਉਸੇ ਤਰ੍ਹਾਂ ਦਾ ਹੀ ਮਹਾਰਾਜ ਉਸ ਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦੇ ਰਹੇ ਹਨ। ਸਤਿਨਾਮ ਲਿਵਦੇ ਪ੍ਰਭ ਧਿਆਨ। ਤੋ ਜਿਹੜੇ ਪ੍ਰਤੀਕ ਉਪਾਸਨਾ ਦੇ ਅਧਿਕਾਰੀ ਨੇ ਮਹਾਰਾਜ ਜੀ ਧਿਆਨ ਜੋੜਨ ਦਾ ਉਪਦੇਸ਼, ਸਤਿਨਾਮ ਵਾਹਿਗੁਰੂ ਵਿੱਚ ਲਿਵ ਸੁਰਤ ਜੋੜਨ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਜਗਤ ਵਿਖੈ ਸਭ ਪੰਥ ਪ੍ਰਕਾਸ਼ ਹੈ। ਕਿਉਂਕਿ ਮਹਾਰਾਜ ਜੀ ਇਸੇ ਕਰਕੇ ਜਗਤ ਵਿੱਚ ਇਹ ਸਿੱਖੀ ਦਾ ਪੰਥ ਪ੍ਰਗਟ ਕਰ ਰਹੇ, ਫੈਲਾ ਰਹੇ ਹਨ। ਚੱਲਹਿ ਜੇ ਨਰ ਭਵ ਬੰਧਨ ਹਾਨ। ਜਿਹੜੇ ਵੀ ਮਹਾਰਾਜ ਜੀ ਦੇ ਮਾਰਗ ਰਸਤੇ ਤੇ ਚੱਲਦੇ ਨੇ ਆਪਣੇ ਸਭ ਤਰ੍ਹਾਂ ਦੇ ਦੁੱਖ ਬੰਧਨ ਨਾਸ ਕਰ ਲੈਂਦੇ। ਗੁਰਮੁਖ ਗਾਡੀ ਰਾਹੋ ਚਲੰਦਾ ਤੇ ਜਿਹੜੇ ਚੱਲਦੇ ਨੇ, ਕਈ ਵਾਰ ਮਨ ਵਿੱਚ ਖਿਆਲ ਆਉਂਦਾ ਗਾਡੀ ਰਾਹੋ ਕੀ ਹੁੰਦਾ ਹੈ। ਪੁਰਾਤਨ ਸਮਿਆਂ ਦੇ ਵਿੱਚ ਕੱਚੀਆਂ ਲੀਹਾਂ ਹੋਇਆ ਕਰਦੀਆਂ ਸਨ ਸਾਧ ਸੰਗਤ ਜੀ, ਕੱਚੇ ਪੈਸੇ। ਅੱਜ ਕੱਲ੍ਹ ਤਾਂ ਪੱਕੀਆਂ ਸੜਕਾਂ ਬਣ ਗਈਆਂ, ਸਾਡੇ ਖੇਤਾਂ ਨੂੰ ਵੀ ਪੱਕੀਆਂ ਸੜਕਾਂ ਜਾ ਰਹੀਆਂ ਬਹੁਤਾਤ। ਪਹਿਲਾਂ ਕੱਚੀਆਂ ਲੀਹਾਂ, ਕੱਚੀਆਂ ਸੜਕਾਂ ਹੀ ਹੋਇਆ ਕਰਦੀਆਂ। ਜਦੋਂ ਕਿਤੇ ਮੀਂਹ ਪੈ ਜਾਂਦਾ ਸੀ ਨਾ ਤੇ ਉਹਦੇ ਉੱਪਰ ਗੱਡੀਆਂ ਚੱਲਣੀਆਂ, ਗੱਡੇ ਚੱਲਣੇ, ਉਹਨਾਂ ਦੇ ਟਾਇਰ, ਉਹਨਾਂ ਦੇ ਨਾਲ ਉਹ ਲੀਹਾਂ ਪੈ ਜਾਂਦੀਆਂ ਸਨ ਡੂੰਘੀਆਂ ਜਗ੍ਹਾ। ਭਾਵ ਕਿ ਇੱਕੋ ਜਿਹੀਆਂ ਲੀਹਾਂ, ਦੋਨਾਂ ਟਾਇਰ ਇੱਕ ਉੱਧਰ ਇੱਕ ਉੱਧਰ, ਤੇ ਉਹਨਾਂ ਲੀਹਾਂ ਵਿੱਚ ਜਿਹੜੇ ਗੱਡੇ ਗੱਡੀਆਂ ਚੱਲਦੇ ਸਨ ਉਹ ਬਿਲਕੁਲ ਸਹੀ ਚੱਲਦੇ। ਤੇ ਜੇ ਕਿਤੇ ਇੱਕ ਲੀਹ ਤੋਂ ਗੱਡਾ ਬਾਹਰ ਹੋ ਗਿਆ ਤੇ ਇੱਕ ਟਾਇਰ ਲੀਹ ਦੇ ਵਿੱਚ, ਤਾਂ ਗੱਡਾ ਉਲਟ ਜਾਇਆ ਕਰਦਾ ਸੀ। ਗੁਰਮੁਖ ਗਾਡੀ ਰਾਹੋ ਚੱਲਣ ਦਾ ਮਤਲਬ ਦੋਨਾਂ ਲੀਹਾਂ ਦੇ ਵਿੱਚ ਟਾਇਰ ਰੱਖ ਕੇ ਗੱਡੇ ਦਾ ਚੱਲਣਾ। ਬਾਣੀ ਤੇ ਬਾਣੇ ਦੇ ਵਿੱਚ ਸੇਵਾ ਤੇ ਸਿਮਰਨ, ਇਹ ਗੁਰਮੁਖ ਗਾਡੀ ਰਾਹੋ ਹੈ ਜਿਹੜਾ ਸਤਿਗੁਰਾਂ ਨੇ ਦਿੱਤਾ। ਜੇ ਇੱਕ ਟਾਇਰ ਬਾਹਰ ਕੱਢ ਦਿਓਗੇ ਤਾਂ ਸਾਧ ਸੰਗਤ ਜੀ ਜੀਵਨ ਦੀ ਬਾਜੀ ਨਹੀਂ ਜਿੱਤੀ ਜਾਵੇਗੀ। ਇਸ ਕਰਕੇ ਬਰਾਬਰ ਰੱਖ ਕੇ ਜੀਵਨ ਨੂੰ ਚਲਾਉਣਾ ਹੈ। ਜਿਵੇਂ ਤੱਕੜਾ ਬਰਾਬਰ ਹੋਵੇ ਤਾਂ ਬਰਾਬਰ ਤੋਲ ਹੁੰਦਾ ਹੈ। ਜੇ ਇੱਕ ਉੱਚਾ ਹੋ ਗਿਆ, ਇੱਕ ਨੀਵਾਂ ਹੋ ਗਿਆ, ਤੇ ਉਹਨੂੰ ਬਰਾਬਰ ਤੋਲ ਨਹੀਂ ਕਿਹਾ ਜਾਂਦਾ। ਤੋ ਇਸ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦਿਆਂ ਧਨ ਦਾ ਪਲੜਾ ਵੀ ਤੇ ਨਾਮ ਦਾ ਪਲੜਾ ਵੀ ਬਰਾਬਰ ਰੱਖਣਾ। ਜੇ ਧਨ ਦਾ ਪਲੜਾ ਤਾਂ ਧਰਤੀ ਤੇ ਲੱਗਾ ਬੜਾ ਭਾਰੀ, ਤੇ ਨਾਮ ਦਾ ਪਲੜਾ ਆਕਾਸ਼ ਵਿੱਚ ਚੜ੍ਹ ਗਿਆ, ਫਿਰ ਵੀ ਬਾਜੀ ਹਾਰ ਕੇ ਜਾਵਾਂਗੇ। ਜਿਹੜੇ ਬਰਾਬਰ ਰੱਖਦੇ ਨੇ, ਧਨ ਵੀ ਕਮਾਉਂਦੇ ਨੇ, ਕਿਰਤ ਵੀ ਕਰਦੇ ਨੇ, ਬੰਦਗੀ ਵੀ ਪੂਰੀ ਕਰਦੇ ਨੇ, ਉਹ ਆਪਣੇ ਜੀਵਨ ਦਾ ਪਲੜਾ ਬਰਾਬਰ ਕਰਕੇ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ ਨੇ। ਤੋ ਕਵੀ ਜੀ ਕਹਿੰਦੇ ਗੁਰਮੁਖ ਗਾਡੀ ਰਾਹੋ ਜਿਹੜਾ ਸਤਿਗੁਰਾਂ ਨੇ ਦਿੱਤਾ ਹੈ। ਗੁਰਸਿੱਖ ਜਿਹੜੇ ਚੱਲਦੇ ਨੇ ਉਹ ਆਪਣੇ ਦੁੱਖਾਂ ਬੰਧਨਾਂ ਨੂੰ ਨਾਸ ਕਰ ਜਾਂਦੇ ਨੇ। ਹੋਇਆ ਜੇ ਸਿੱਖ ਤੇ ਅੰਗ ਸੰਗ ਰਹਿ। ਉਹਨਾਂ ਗੁਰਸਿੱਖਾਂ ਦੇ ਮਹਾਰਾਜ ਅੰਗ ਸੰਗ ਹੋ ਕੇ ਹਰ ਵੇਲੇ ਨਾਲ ਰਹਿੰਦੇ ਹਨ। ਹਲਤ ਪਲਤ ਮਹਿ ਰੱਛਾ ਠਾਨ। ਇਸ ਲੋਕ ਵਿੱਚ ਵੀ ਤੇ ਪਲਤ ਪਰਲੋਕ ਵਿੱਚ ਵੀ ਉਹਨਾਂ ਦੀ ਰੱਖਿਆ ਆਪ ਕਰਦੇ ਨੇ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਦੁਰਮਤ ਕਾਟ ਸੁਮਤ ਉਪਦੇਸ਼ ਹੈ। ਉਹਨਾਂ ਦੀ ਖੋਟੀ ਮੱਤ ਕੱਟ ਕੇ ਚੰਗੀ ਮੱਤ ਉਹਨਾਂ ਨੂੰ ਮਹਾਰਾਜ ਦੇ ਦਿੰਦੇ ਨੇ। ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਵ ਜੀਓ। ਕਿਉਂ ਪਾਵੇਂ ਹਰ ਦਰਸਾਵੜਾ ਨਾ ਲੱਗੈ ਤਤੀ ਵਾਉ ਜੀਓ। ਸਤਨਾਮ ਸਿਮਰਨ ਕੋ ਦੀਨ। ਮਹਾਰਾਜ ਸੁਬੁੱਧੀ ਦੇ ਕੇ ਉਹਨਾਂ ਨੂੰ ਸ੍ਰੇਸ਼ਟ ਮੱਤ ਦੇ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਦਿੰਦੇ। ਚਰਨ ਪੌਲ ਦੇ ਕਰਕੇ ਨਾਮ ਵਾਲੇ ਬਣਾਉਂਦੇ। ਦੀਨ ਪ੍ਰਭੂ ਕੇ ਆਗੇ ਰਹੋ ਨਿਤ। ਦੀਨ ਬਣ ਕੇ ਪ੍ਰਭੂ ਵਾਹਿਗੁਰੂ ਦੇ ਅੱਗੇ ਹੱਥ ਜੋੜ ਕੇ ਰਹੋ ਭਾਈ ਹਰ ਵੇਲੇ। ਤਨ ਹੰਤਾ ਕੋ ਹਾਨ ਪ੍ਰਵੀਨ। ਇਸ ਤਰ੍ਹਾਂ ਉਪਦੇਸ਼ ਦਿੰਦੇ ਨੇ ਮਹਾਰਾਜ। ਕਹਿੰਦੇ ਹਿਰਦੇ ਵਿੱਚ ਗਰੀਬੀ ਰੱਖੋ, ਤਨ ਦੀ ਹੰਗਤਾ ਕਦੇ ਵਾਸਤੇ ਨਾ ਕਰੋ। ਮਨ ਤੂੰ ਮਤ ਮਾਨ ਕਰੇ ਜੇ ਹਉ ਕਿਛ ਜਾਣਦਾ। ਗੁਰਮੁਖ ਨਿਮਾਣਾ ਹੋ। ਤੋ ਇਸ ਤਰ੍ਹਾਂ ਨਿਮਾਣਾ ਬਣ ਕੇ ਗੁਰਮੁਖ ਬਣ ਕੇ ਗੁਰੂ ਦੇ ਅੱਗੇ ਬੇਨਤੀਆਂ ਕਰਦਾ ਰਹੋ। ਬੀਨ ਬੀਨ
ਕੈ ਹਨਹੁ ਵਿਕਾਰਨ। ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਗੁਰਸਿੱਖੋ ਬੀਨ ਬੀਨ ਚੁਣ ਚੁਣ ਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢ ਦਿਓ। ਹਰ ਰੋਜ਼ ਯਤਨ ਕਰੋ, ਅੱਜ ਮੇਰੇ ਅੰਦਰ ਕਿਹੜਾ ਮਾੜਾ ਫੁਰਨਾ ਆਇਆ, ਕਿਹਦਾ ਮੈਂ ਮਾੜਾ ਕੀਤਾ, ਕਿਹੜਾ ਅਵਗਣ ਆਇਆ। ਇਸ ਤਰ੍ਹਾਂ ਜਾਣ ਜਾਣ ਕੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਰ ਰੋਜ਼ ਆਪਣੇ ਆਪ ਦੀ ਖੋਜ ਕਰ। ਜਿਵੇਂ ਜ਼ਿਮੀਂਦਾਰ ਸਿਆਣੇ ਬਹੁਤਾ ਲਾਭ ਖੇਤੀ ਦਾ ਲੈਣਾ ਹੋਵੇ ਨਾ, ਉਹਨਾਂ ਨੇ ਝਾੜ ਪੂਰਾ ਕੱਢਣਾ ਹੋਵੇ ਤਾਂ ਖੇਤਾਂ ਦੇ ਵਿੱਚੋਂ ਨਦੀਨ ਆਦਿਕ ਸਭ ਕੱਢ ਕੇ ਬਾਹਰ ਸੁੱਟ ਦਿੰਦੇ ਨੇ। ਚੂਹੇ ਆਦਿਕ ਉਹਨਾਂ ਦਾ ਵੀ ਖਾਤਮਾ ਉਹ ਕਰਦੇ ਨੇ। ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ, ਬਾਣੀ ਵਿੱਚ ਬਚਨ ਆਉਂਦੇ ਨੇ। ਕੋਈ ਗੁਰਮੁਖ ਸੇਵਕ ਖੋਦ ਕੇ ਕੱਢ ਲੈਂਦਾ। ਪਹਿਲਾਂ ਨਦੀਨ ਨੂੰ ਖੋਦ ਖੋਦ ਕੇ ਕੱਢਿਆ ਜਾਂਦਾ ਸੀ ਝੋਨੇ ਦੇ ਜਾਂ ਇਸੇ ਤਰ੍ਹਾਂ ਕਣਕਾਂ ਦੇ ਖੇਤਾਂ ਦੇ ਵਿੱਚੋਂ ਹੱਥਾਂ ਦੇ ਨਾਲ। ਅੱਜ ਕੱਲ੍ਹ ਤਾਂ ਦਵਾਈਆਂ ਇਸ ਤਰ੍ਹਾਂ ਦੀਆਂ ਆ ਗਈਆਂ, ਖੇਤਾਂ ਦਾ ਹੀ ਸੱਤਿਆਨਾਸ਼ ਕਰੀ ਜਾਂਦੀਆਂ ਨੇ। ਨਦੀਨ ਤਾਂ ਇੱਕ ਮਾਰਦੀਆਂ, 100 ਵਿੱਚ ਹੋਰ ਰੋਗ ਪਾਈ ਜਾਂਦੀਆਂ। ਜੋ ਖਾਣ ਵਾਲੀਆਂ ਚੀਜ਼ਾਂ, ਕਣਕ ਦੇ ਵਿੱਚ ਵੀ ਉਹ ਦਵਾਈ ਦਾ ਅਸਰ, ਜਿਹੜੀ ਵੀ ਚੀਜ਼ ਵਰਤਾਂਗੇ ਤੋ ਜੂਰ ਕੈਸਟ ਵਰਗੀਆਂ ਬਿਮਾਰੀਆਂ ਜਿਹੜੀਆਂ ਅੱਜ ਲੱਗ ਰਹੀਆਂ, ਉਹਨਾਂ ਦੇ ਕਰਕੇ ਹੀ। ਪਹਿਲਾਂ ਇਸ ਤਰ੍ਹਾਂ ਦਵਾਈਆਂ ਨਹੀਂ ਸੀ ਪਾਈਆਂ ਜਾਂਦੀਆਂ, ਪਹਿਲਾਂ ਨਦੀਨ ਹੱਥਾਂ ਦੇ ਨਾਲ ਕੱਢੇ ਜਾਂਦੇ ਸਨ। ਤੋ ਇਸ ਤਰ੍ਹਾਂ ਕਹਿੰਦੇ ਬੀਨ ਬੀਨ ਚੁਣ ਚੁਣ ਕੇ ਭਾਈ ਇਹ ਜਿਹੜੇ ਵਿਕਾਰ ਨੇ, ਜੇ ਕਾਮ ਦਾ ਫੁਰਨਾ ਆਇਆ ਉਹਨੂੰ ਵੀ ਰੋਕ ਕੇ ਦੂਰ ਕਰਨਾ, ਕ੍ਰੋਧ ਆਇਆ ਉਹਦੇ ਤੇ ਵੀ ਆਪਣਾ ਕਾਬੂ ਪਾਉਣਾ। ਕਈ ਕ੍ਰੋਧ ਆਇਆ ਤਾਂ ਟੀਵੀ ਭੰਨ ਦਿੰਦੇ ਨੇ, ਘੜੀਆਂ ਹੀ ਵਗਾ ਕੇ ਮਾਰ ਕੇ ਤੋੜ ਦਿੰਦਾ। ਘੜੀ ਨੇ ਕੀ ਵਿਗਾੜਤਾ ਭਾਈ ਤੇਰਾ? ਤੋ ਕ੍ਰੋਧ ਤੇ ਵੀ ਕਾਬੂ ਪਾਉਣਾ, ਕਿਉਂਕਿ ਅੱਧ ਕਰੋ ਦ੍ਰਿਗਵੰਤਨ ਕੋ ਸਰੁੱਤਵੰਤਨ ਕੋ ਬਦਰੋਂ ਕਰ ਡਾਰੂੰ। ਇਹ ਕ੍ਰੋਧ ਕਹਿੰਦਾ ਮੈਂ ਅੰਨਾ ਕਰ ਦਿੰਦਾ, ਜਦੋਂ ਮੈਂ ਆਉਣਾ ਬੋਲਾ ਕਰ ਦਿੰਦਾ ਮੈਂ ਕੰਨਾਂ ਵਾਲਿਆਂ ਨੂੰ। ਪਰ ਉਹ ਗੁਰਸਿੱਖ ਕਾਹਦਾ ਭਾਈ? ਜੇ ਉਹਦੇ ਤੇ ਵੀ ਕ੍ਰੋਧ ਅਸਰ ਕਰ ਜਾਵੇ ਫਿਰ ਗੁਰਸਿੱਖ ਕਾਹਦਾ ਹੋਇਆ? ਕ੍ਰੋਧ ਤੇ ਕਾਬੂ ਪਾਉਣਾ। ਆ ਹਰੇਕ ਤੇ ਜਾਂਦਾ, ਪਤਾ ਨਹੀਂ ਬੀਪੀ ਕਦੋਂ ਵੱਧ ਜੇ। ਤਾਮਸੀ ਭੋਜਨ ਖਾਓਗੇ ਤਾਂ ਬੀਪੀ ਵਧੇਗਾ, ਕ੍ਰੋਧ ਆਵੇਗਾ। ਪਰ ਇਹਦੇ ਤੇ ਵੀ ਕਾਬੂ ਪਾਉਣਾ ਗੁਰਸਿੱਖ ਦਾ ਕਰਮ ਹੈ। ਤਾਂ ਗੁਰੂ ਤੇਗ ਬਹਾਦਰ ਸਾਹਿਬ ਇਹ ਬਚਨ ਕਰ ਰਹੇ ਨੇ, ਭਾਈ ਬੀਨ ਬੀਨ ਚੁਣ ਚੁਣ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੂਰ ਕਰਨਾ ਆਪਣੇ ਅੰਦਰੋਂ। ਸੋ ਅਵਗਣ ਛੋੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਹੀ ਜੀਓ। ਸਾਰ ਅਪਸਰ ਕੀ ਸਾਰ ਨ ਜਾਣੈ, ਫਿਰ ਕੀਚ ਬੁਢਾਹੀ ਜੀਓ। ਭਾਣਾ ਮਾਨ ਸ਼ਾਂਤ ਚਿਤ ਲੀਨ। ਮਹਾਰਾਜ ਕਹਿੰਦੇ ਭਾਈ ਭਾਣਾ ਮੰਨਣਾ ਤੇ ਸ਼ਾਂਤ ਚਿੱਤ ਜਿਹੜਾ ਹੈ ਉਹ ਆਪਣਾ ਕਰਨਾ। ਗੁਰਮੁਖ ਹਉਮੈ ਪਰ ਹਰੈ, ਮਨ ਭਾਵੈ ਖਸਮੈ ਕਾ ਭਾਣਾ। ਪੈਰੀ ਪੈਪਾ ਖਾਕ ਹੋਏ, ਦਰਗਹਿ ਪਾਵੈ ਮਾਨ ਨਿਮਾਣਾ। ਗੁਰਮੁਖ ਤੇਰਾ ਭਾਣਾ ਭਾਵੈ, ਗੁਰਮੁਖ ਜਿਹੜਾ ਹੈ ਉਹਨੂੰ ਗੁਰੂ ਦਾ ਭਾਣਾ ਪਾਉਂਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਲੀਨ ਕਹਾ ਨਰ ਕੋ ਤਨ ਧਾਰੇ। ਮਹਾਰਾਜ ਕਹਿੰਦੇ ਭਾਈ ਲੀਨ ਕਹਾ ਨਰ ਜੋ ਸੋ ਕੋ ਤਨ ਧਾਰੇ। ਉਹ ਮਨੁੱਖ ਨੇ ਦੁਨੀਆ ਤੇ ਆ ਕੇ ਕੀ ਲਿਆ? ਮਨੁੱਖਾ ਸਰੀਰ ਨੂੰ ਧਾਰ ਕੇ। ਗੁਰ ਬਚਮਾਨ ਜਿਨੋ ਨਹਿ ਕੀਨ। ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨ ਕੇ ਸੇਵਾ ਭਗਤੀ ਨਹੀਂ ਕੀਤੀ, ਕਾਹਦੇ ਵਾਸਤੇ ਉਹ ਦੁਨੀਆ ਤੇ ਆਏ? ਕੀ ਪ੍ਰਾਪਤੀ ਕੀਤੀ? ਜਿਨ੍ਹਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ। ਆਵਣ ਜਾਣਾ ਦੁੱਖ ਘਣੋ ਕਦੇ ਨਾ ਚੁੱਕੈ ਚਿੰਦ। ਕਾਪੜ ਜਿਵੇਂ ਪਛੋੜੀਆ ਘੜੀ ਮੁਹਤ ਘੜੀਆਲ। ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ। ਉਹ ਦੁਖੀ ਹੀ ਰਹਿੰਦੇ ਇੱਥੇ ਵੀ ਤੇ ਪਰਲੋਕ ਵਿੱਚ ਵੀ। ਇਹ ਮਹਾਰਾਜ ਸਾਹਿਬ ਪਟਨਾ ਸਾਹਿਬ ਦੀਆਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਅਸੀਂ ਵੀ ਇਸ ਉਪਦੇਸ਼ ਨੂੰ ਕਮਾਈਏ ਭਾਈ, ਸਾਡਾ ਵੀ ਭਲਾ ਹੋ ਜਾਵੇਗਾ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਕਿਰਪਾ ਕਰ, ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚਾ ਹੋਵੇ ਭੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਲੀਨ ਕਹਾ ਨਰ ਕੋ ਤਨ ਧਾਰੇ, ਗੁਰ ਬਚਮਾਨ ਜਿਨੋ ਨਹਿ ਕੀਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਬੀਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ ਨੀਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੀਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।